प्रेरितों के काम चैप्टर 1 वर्स 8। प्रेरितों के काम चैप्टर 1 वर्स 8। परंतु जब पवित्र आत्मा तुम पर आएगा तब तुम सामर्थ पाओगे और यरूशलेम और सारे यहूदिया और सारे सामरिया में और पृथ्वी की छोर तक मेरे गवाह होंगे। हालेलुया। But you will receive power when the Holy Spirit has come upon you, and you will be my witnesses in Jerusalem and in all Judea and Samaria and to the end of the earth. Hallelujah. ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਤੁਹਾਡੇ ਉੱਤੇ ਪਵਿੱਤਰ ਆਤਮਾ ਉਤਰੇਗਾ ਤੁਸੀਂ ਸਾਮਰਥ ਪਾਓਗੇ। ਹਾਲੇਲੂਇਆ। ਇੰਗਲਿਸ਼ ਦੇ ਵਿੱਚ ਲਿਖਿਆ you shall receive power. ਹਾਲੇਲੂਇਆ। ਜਦੋਂ ਤੁਹਾਡੇ ਤੇ ਪਵਿੱਤਰ ਆਤਮਾ ਉਤਰੇਗਾ ਤੁਸੀਂ ਕੀ ਪਾਓਗੇ? ਸਾਮਰਥ। ਹਾਲੇਲੂਇਆ। ਮੈਂ ਦੁਆ ਕਰਦਾ, ਮੈਂ ਡਿਕਲੇਅਰ ਕਰਦਾ ਅੱਜ ਹਰ ਇੱਕ ਜਨ ਇੱਥੋਂ ਸਾਮਰਥ ਲੈ ਕੇ ਜਾਏਗਾ ਇਨ ਦ ਨੇਮ ਆਫ ਜੀਸਸ। ਤੁਸੀਂ ਅੱਜ ਪਵਿੱਤਰ ਆਤਮਾ ਦੀ ਪਾਵਰ ਲੈ ਕੇ ਜਾਓਗੇ। ਮੈਂ ਡਿਕਲੇਅਰ ਕਰਦਾ ਇਨ ਦ ਨੇਮ ਆਫ ਜੀਸਸ। ਹਾਲੇਲੂਇਆ। ਰਿਸੀਵ ਕਰੋ ਇਨ ਦ ਨੇਮ ਆਫ ਜੀਸਸ। ਹਾਲੇਲੂਇਆ ਹਾਲੇਲੂਇਆ। ਜਦੋਂ ਪਵਿੱਤਰ ਆਤਮਾ ਦੀ ਸਾਮਰਥ ਇੱਕ ਇਨਸਾਨ ਤੇ ਹੁੰਦੀ ਆ ਤਾਂ ਉਸ ਟਾਈਮ ਰਿਵਾਈਵਲ ਬ੍ਰੇਕ ਆਊਟ ਹੁੰਦਾ ਆ। ਜ਼ਿੰਦਗੀਆਂ ਚੇਂਜ ਹੋ ਜਾਂਦੀਆਂ, ਨੇਸ਼ਨਸ ਚੇਂਜ ਹੋ ਜਾਂਦੀਆਂ, ਸਿਟੀਜ਼ ਕਮਿਊਨਿਟੀਜ਼ ਚੇਂਜ ਹੋ ਜਾਂਦੀਆਂ। ਹਾਲੇਲੂਇਆ 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 ਇਨ ਦ ਨੇਮ ਆਫ ਜੀਸਸ। ਰਿਵਾਈਵਲ ਦੇ ਬਾਰੇ ਮੈਂ ਕਿੰਨੇ ਦਿਨਾਂ ਦਾ ਪ੍ਰੀਚ ਕਰ ਰਿਹਾ। ਪਿਛਲੇ ਕਈ ਫਰਾਈਡੇ ਮੈਂ ਰਿਵਾਈਵਲ ਦੇ ਬਾਰੇ ਪ੍ਰੀਚ ਕੀਤਾ, ਪਰ ਕੀ ਮੈਂ ਐਕਸਪਲੇਨ ਕੀਤਾ ਰਿਵਾਈਵਲ ਕੀ ਹੁੰਦਾ ਆ। ਰਿਵਾਈਵਲ ਜੇ ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਦੱਸਾਂ, ਰਿਵਾਈਵਲ is an incredible outpouring of the Holy Spirit which not only touch the church or believers but also touch the outsiders as well. ਕਹਿੰਦੇ ਪਵਿੱਤਰ ਆਤਮਾ ਦਾ ਇਸ ਤਰ੍ਹਾਂ ਦਾ ਉੰਡੇਲ ਦੇਣਾ, ਰਿਵਾਈਵਲ ਉਸ ਨੂੰ ਕਹਿੰਦੇ ਜਦੋਂ ਪਵਿੱਤਰ ਆਤਮਾ ਇਸ ਤਰੀਕੇ ਨਾਲ ਉੰਡੇਲਿਆ ਜਾਂਦਾ ਕਿ ਇਕੱਲੇ ਬਲੀਵਰਸ ਜਾਂ ਚਰਚ ਹੀ ਨਹੀਂ ਉਹਦੇ ਦੁਆਰਾ ਟੱਚ ਕੀਤੀ ਜਾਂਦੀ, ਪਰ ਉਹਦੇ ਦੁਆਰਾ ਜਿਹੜੇ ਪਰਮੇਸ਼ਵਰ ਨੂੰ ਨਹੀਂ ਜਾਣਦੇ ਉਹ ਵੀ ਪਵਿੱਤਰ ਆਤਮਾ ਦੇ ਦੁਆਰਾ ਟੱਚ ਕਰ ਦਿੱਤੇ ਜਾਂਦੇ ਆ। ਨੇਸ਼ਨਸ ਟੱਚ ਕੀਤੀਆਂ ਜਾਂਦੀਆਂ, ਸਿਟੀਜ਼ ਟੱਚ ਕੀਤੀਆਂ ਜਾਂਦੀਆਂ ਤੇ ਸਭ ਕੁਛ ਚੇਂਜ ਹੋ ਜਾਂਦਾ। ਹਾਲੇਲੂਇਆ। ਆਪਾਂ ਸਾਰੇ ਜਾਣਦੇ ਹਾਂ ਜਦੋਂ ਚੇਲਿਆਂ ਦੇ ਉੱਪਰ ਪਵਿੱਤਰ ਆਤਮਾ ਉਤਰਿਆ ਸੀਗਾ ਤੇ ਕੀ ਹੋਇਆ ਸੀਗਾ। ਚੇਲੇ ਡੇ ਆਫ ਪੈਂਟੀਕੋਸਟ ਜਿੱਦਣ ਸੀਗਾ ਤੇ ਉਸ ਦਿਨ ਕੀ ਹੋਇਆ ਸੀਗਾ, ਅਪਰ ਰੂਮ ਦੇ ਵਿੱਚ ਪਵਿੱਤਰ ਆਤਮਾ ਉਤਰਿਆ ਸੀਗਾ 120 ਲੋਕਾਂ ਦੇ ਉੱਪਰ। ਤਾਂ ਉਹਨਾਂ ਦੇ ਇੱਦਾਂ ਜਿੱਦਾਂ ਮਾਈਟੀ ਰਸ਼ਿੰਗ ਵਿੰਡ ਹੁੰਦੀ ਆ, ਇੱਦਾਂ ਪਵਿੱਤਰ ਆਤਮਾ ਉਤਰਿਆ ਸੀਗਾ। ਬੇਸ ਥੋੜ੍ਹੀ ਘੱਟ ਕਰ ਦਿਓ। ਇਸ ਤਰੀਕੇ ਨਾਲ ਪਵਿੱਤਰ ਆਤਮਾ ਉਤਰਿਆ ਸੀਗਾ ਉਹਨਾਂ ਦੇ ਉੱਪਰ ਤੇ ਉਹਨਾਂ ਦੇ ਸਿਰ ਦੇ ਉੱਪਰ ਕੀ ਜਿੱਦਾਂ ਅੱਗ ਦੀਆਂ ਜੀਭਾਂ ਹੁੰਦੀਆਂ, ਇਸ ਤਰ੍ਹਾਂ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਉਤਰਿਆ ਸੀਗਾ। ਤੇ ਉਸ ਤੋਂ ਬਾਅਦ ਵਿੱਚ ਇੱਕਦਮ ਰਿਵਾਈਵਲ ਬ੍ਰੇਕ ਆਊਟ ਹੋਇਆ ਤੇ ਸਾਰਾ ਇਜ਼ਰਾਈਲ ਚੇਂਜ ਹੋ ਗਿਆ, ਯਰੂਸ਼ਲਮ ਚੇਂਜ ਹੋ ਗਿਆ। ਤਾਂ ਉਹ ਜਿਹੜੇ 120 ਲੋਕ ਸੀਗੇ ਉਹਨਾਂ ਨੇ ਪੂਰੀ ਦੁਨੀਆ ਨੂੰ ਚੇਂਜ ਕਰ ਦਿੱਤਾ। ਹਾਲੇਲੂਇਆ। ਉਹ ਰਿਵਾਈਵਲ ਬ੍ਰੇਕ ਆਊਟ ਹੋਇਆ ਸੀਗਾ, ਪਵਿੱਤਰ ਆਤਮਾ ਉਹਨਾਂ ਦੇ ਉੱਪਰ ਉਤਰਿਆ ਸੀਗਾ। ਉਹ ਪਵਿੱਤਰ ਆਤਮਾ ਦਾ ਕੰਮ ਸੀਗਾ, ਕੋਈ 120 ਲੋਕਾਂ ਦੇ ਥਰੂ ਨਹੀਂ ਹੋਇਆ ਸੀਗਾ, ਉਹ ਪਵਿੱਤਰ ਆਤਮਾ ਦੇ ਥਰੂ ਹੋਇਆ ਸੀਗਾ। ਪਰ ਜ਼ਿਆਦਾਤਰ ਆਪਾਂ ਇਹੀ ਪੜ੍ਹਦੇ ਹਾਂ ਕਿ ਉਦੋਂ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਉਤਰਿਆ ਸੀਗਾ ਤੇ 120 ਲੋਕਾਂ ਨੇ ਸਾਰੀ ਦੁਨੀਆ ਨੂੰ ਚੇਂਜ ਕਰ ਦਿੱਤਾ। ਪਰ ਆਪਾਂ ਬਹੁਤ ਘੱਟ ਐਗਜ਼ਾਮਪਲਸ ਦੇਖਦੇ ਹਾਂ ਕਿ ਉਸ ਤੋਂ ਬਾਅਦ ਵਿੱਚ ਜਦੋਂ ਪਵਿੱਤਰ ਆਤਮਾ ਲੋਕਾਂ ਦੇ ਉੱਪਰ ਉਤਰਿਆ ਤਾਂ ਫਿਰ ਕੀ ਹੋਇਆ। ਮੈਂ ਤੁਹਾਡੇ ਨਾਲ ਅੱਜ ਇੱਕ ਸਟੋਰੀ ਸ਼ੇਅਰ ਕਰਨਾ ਚਾਹੁੰਦਾ। ਇਹ ਸਟੋਰੀ ਹੈਗੀ ਆ ਅਬਾਊਟ ਵੈਲਸ਼ ਰਿਵਾਈਵਲ। ਕਿੰਨੇ ਜਾਣਦੇ ਤੁਹਾਡੇ ਵਿੱਚੋਂ ਵੈਲਸ਼ ਰਿਵਾਈਵਲ? ਪਤਾ ਕਿਸੇ ਨੂੰ? ਵੈਲਸ਼ ਰਿਵਾਈਵਲ ਜਿਹੜਾ ਆ 1904 ਦੇ ਵਿੱਚ ਬ੍ਰੇਕ ਆਊਟ ਹੋਇਆ ਸੀਗਾ ਵੇਲਸ ਦੇ ਵਿੱਚ। ਇੱਕ ਪਰਮੇਸ਼ਵਰ ਦਾ ਦਾਸ ਸੀਗਾ, ਐਵਨ ਰੋਬਰਟਸ ਉਹਦਾ ਨਾਮ ਸੀਗਾ। ਤੇ ਜਦੋਂ ਵੈਲਸ਼ ਰਿਵਾਈਵਲ ਬ੍ਰੇਕ ਆਊਟ ਹੋਇਆ ਤੇ ਐਸ ਖੁਦਾਵੰਦ ਦੇ ਦਾਸ ਦੇ ਥਰੂ ਬ੍ਰੇਕ ਆਊਟ ਹੋਇਆ। ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦੇਣ ਲੱਗਾ। ਪੀਟਰ, ਪੋਲ, ਕਈ ਵਾਰੀ ਲੋਕ ਕਹਿੰਦੇ ਆ ਕਿ ਉਹ ਪਰਮੇਸ਼ਵਰ ਦੇ ਮਹਾਨ ਦਾਸ ਸੀਗੇ। ਉਹ ਪ੍ਰਭੂ ਯਿਸੂ ਦੇ ਨਾਲ ਚੱਲੇ ਸੀ। ਪ੍ਰਭੂ ਯਿਸੂ ਨੂੰ ਉਹਨਾਂ ਨੇ ਦੇਖਿਆ ਸੀਗਾ, ਸ਼ਾਇਦ ਉਹਨਾਂ ਦੇ ਥਰੂ ਹੀ ਦੁਨੀਆ ਚੇਂਜ ਹੋਈ ਸੀ। ਪਰਮੇਸ਼ਵਰ ਨੇ ਵੱਡੇ ਕੰਮ ਉਹਨਾਂ ਦੇ ਥਰੂ ਕੀਤੇ।
ਪਰ ਇਹ ਸੱਚ ਨਹੀਂ ਆ। ਪਰਮੇਸ਼ਵਰ ਦਾ ਪਵਿੱਤਰ ਆਤਮਾ ਜਦੋਂ ਕਿਸੇ ਇੱਕ ਨੋਰਮਲ ਇਨਸਾਨ ਤੇ ਵੀ ਉਤਰਦਾ ਆ, ਉਹ ਵੀ ਪੀਟਰ, ਪੌਲ, ਜੌਨ ਉਹਨਾਂ ਦੇ ਵਾਂਗੂ ਵੱਡੇ ਕੰਮ ਕਰਦੇ ਆ। ਹਾਲੇਲੂਇਆ। ਮੈਂ ਤੁਹਾਨੂੰ ਅੱਜ ਵੈਲਸ਼ ਰਿਵਾਈਵਲ ਬਾਰੇ ਦੱਸਾਂਗਾ, ਕਿਉਂਕਿ ਇਹ ਪਿਛਲੀ ਸਦੀ ਦਾ 1900 ਦੀ ਸਟਾਰਟਿੰਗ ਦੇ ਵਿੱਚ ਦਾ ਆ। ਇਹ ਬਹੁਤ ਦੇਰ ਨਹੀਂ ਹੋ ਗਿਆ ਇਸ ਰਿਵਾਈਵਲ ਨੂੰ। ਇਹ ਰੀਸੈਂਟ ਰਿਵਾਈਵਲ ਆ ਜਿਹੜਾ ਬ੍ਰੇਕ ਆਊਟ ਹੋਇਆ। ਅਸੀਂ ਜਾਣਦੇ ਹਾਂ ਕਿ ਰੀਸੈਂਟ ਰਿਵਾਈਵਲ ਇੰਡੀਆ ਦੇ ਵਿੱਚ ਚੱਲ ਰਿਹਾ ਇਸ ਟਾਈਮ ਦੇ ਵਿੱਚ। ਇੰਡੀਆ ਦੇ ਵਿੱਚ ਚੱਲ ਰਿਹਾ, ਈਰਾਨ ਦੇ ਵਿੱਚ ਚੱਲ ਰਿਹਾ, ਦੁਬਈ ਦੇ ਵਿੱਚ ਚੱਲ ਰਿਹਾ, ਬਹੁਤ ਸਾਰੇ ਰਿਵਾਈਵਲ ਚੱਲ ਰਹੇ ਆ। ਪਰ ਇਹ ਜਿਹੜਾ ਰਿਵਾਈਵਲ ਆ, ਇਹ ਉਹ ਰਿਵਾਈਵਲ ਸੀਗਾ ਜਿਹਦੇ ਥਰੂ ਬਾਕੀ ਰਿਵਾਈਵਲ ਬ੍ਰੇਕ ਆਊਟ ਹੋਏ ਆ। ਇਹ ਮਾਡਰਨ ਡੇ ਰਿਵਾਈਵਲ ਸੀਗਾ। ਹਾਲੇਲੂਇਆ, ਹਾਲੇਲੂਇਆ। ਇਹ ਮਾਡਰਨ ਡੇ ਰਿਵਾਈਵਲ ਸੀਗਾ। ਇਹਦੇ ਜਦੋਂ ਇਹ ਰਿਵਾਈਵਲ ਬ੍ਰੇਕ ਆਊਟ ਹੋਇਆ, ਇਹਦੇ ਤੋਂ ਬਾਅਦ ਵਿੱਚ ਨੀਅਰਲੀ 30 ਰਿਵਾਈਵਲਸ ਜਿਹੜੇ ਸਿੱਧੇ ਵੈਲਸ਼ ਰਿਵਾਈਵਲ ਦੇ ਨਾਲ ਕਨੈਕਟਡ ਸੀਗੇ। 30 ਰਿਵਾਈਵਲਸ ਐਸ ਰਿਵਾਈਵਲ ਦੇ ਥਰੂ ਬ੍ਰੇਕ ਆਊਟ ਹੋਏ। ਜਿਹੜਾ ਵੈਲਸ਼ ਰਿਵਾਈਵਲ ਆ 1904 ਦੇ ਵਿੱਚ ਸਟਾਰਟ ਹੋਇਆ ਸੀਗਾ, ਤੇ ਇਹਦਾ ਜਿਹੜਾ ਪੀਕ ਟਾਈਮ ਸੀਗਾ 1 ਸਾਲ ਦਾ ਸੀਗਾ। 1904 ਤੋਂ ਲੈ ਕੇ 1905 ਦਾ ਜਿਹੜਾ ਟਾਈਮ ਸੀਗਾ ਉਹ ਪੀਕ ਸੀਗਾ ਇਸ ਟਾਈਮ ਇਹਦੇ ਵਿੱਚ। ਪਰ 1910 ਤੱਕ ਰਿਵਾਈਵਲ ਚੱਲਦੇ ਰਹੇ, ਜਿਹੜੇ 30 ਰਿਵਾਈਵਲਸ ਜਿਹੜੇ ਕਨੈਕਟਡ ਇਹਦੇ ਨਾਲ ਕਨੈਕਟਡ ਸੀਗੇ। ਰਿਵਾਈਵਲ ਦਾ ਮਤਲਬ ਬੇਦਾਰੀ, ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਬੇਦਾਰੀ। ਜਦੋਂ ਜਿਹੜੀਆਂ ਰੂਹਾਂ ਆ ਬਲਕ ਦੇ ਵਿੱਚ ਬਚਦੀਆਂ ਤੇ ਨੇਸ਼ਨਸ ਚੇਂਜ ਹੋ ਜਾਂਦੀਆਂ। ਹਾਲੇਲੂਇਆ। ਸਾਰਿਆਂ ਨੂੰ ਪਤਾ ਨਾ ਰਿਵਾਈਵਲ ਕੀ ਹੁੰਦਾ ਆ। ਜਿੱਦਾਂ ਇੰਡੀਆ ਦੇ ਵਿੱਚ ਚੱਲ ਰਿਹਾ ਆ ਕਿ ਚਰਚ ਉਹ ਸਟਾਰਟ ਕਰਦੇ ਆ, ਚਰਚ ਭਰ ਜਾਂਦੀ ਆ, ਓਵਰਫਲੋ ਸੈਕਸ਼ਨ। ਫਿਰ ਉਹ ਹੋਰ ਚਰਚ ਵੱਡੀ ਕਰਦੇ ਆ, ਚਰਚ ਉਹ ਵੀ ਭਰ ਜਾਂਦੀ ਆ। ਫਿਰ ਉਹ ਹੋਰ ਵੱਡੀ ਕਰਦੇ ਆ, ਹੋਰ ਚਰਚ ਭਰ ਜਾਂਦੀ ਆ। ਫਿਰ ਉਹ ਹੋਰ ਲੈਂਡ ਬਾਏ ਕਰਦੇ ਆ, ਹੋਰ ਚਰਚ ਵੱਡੀ ਕਰਦੇ ਆ ਤਾਂ ਉਹ ਵੀ ਭਰ ਜਾਂਦੀ ਆ। ਇਹਨੂੰ ਰਿਵਾਈਵਲ ਕਹਿੰਦੇ ਆ। ਹਾਲੇਲੂਇਆ। ਜਿਹੜਾ ਐਵਨ ਰੌਬਰਟਸ ਆ, ਉਹ ਇੱਕ ਨੋਰਮਲ ਇਨਸਾਨ ਸੀਗਾ। 1900 ਜੇ ਤੁਸੀਂ ਅਰਲੀ 1900s ਦੇ ਵਿੱਚ ਇੰਗਲੈਂਡ ਦੀ ਹਿਸਟਰੀ ਪੜ੍ਹੋ ਤੇ ਬਹੁਤ ਮਾੜੇ ਹਾਲ ਸੀਗੇ ਉਸ ਟਾਈਮ ਦੇ ਵਿੱਚ। ਬਹੁਤ ਗਰੀਬੀ ਸੀਗੀ। ਛੋਟੇ ਛੋਟੇ ਬੱਚਿਆਂ ਨੂੰ ਮਾਈਨਸ ਦੇ ਵਿੱਚ ਕੰਮ ਕਰਨਾ ਪੈਂਦਾ ਸੀਗਾ। ਅੱਜ ਵਾਂਗੂ ਈਜ਼ੀ ਨਹੀਂ ਸੀ। ਵਰਲਡ ਵਾਰ 1 ਜਿਹੜੀ ਆ ਉਹਦਾ ਟਾਈਮ ਸੀਗਾ। ਉਸ ਤੋਂ ਬਾਅਦ 'ਚੋਂ ਵਰਲਡ ਵਾਰ 2 ਵੀ ਚੱਲੀ ਆ। ਤੇ ਮਤਲਬ ਕਿ ਮਾੜਾ ਟਾਈਮ ਸੀਗਾ ਉਸ ਟਾਈਮ ਦੇ ਵਿੱਚ। ਕੋਈ ਜਿਸ ਤਰ੍ਹਾਂ ਅੱਜ ਇਹ ਕੰਟਰੀ ਬਲੈਸਡ ਆ, ਉਸ ਟਾਈਮ ਤੇ ਇੱਦਾਂ ਬਲੈਸਡ ਨਹੀਂ ਸੀ। ਜਿਹੜਾ ਐਵਨ ਰੌਬਰਟਸ ਆ, ਇੱਕ ਨੋਰਮਲ ਫੈਮਿਲੀ ਦੇ ਵਿੱਚ ਪੈਦਾ ਹੋਇਆ ਇਨਸਾਨ ਸੀਗਾ। ਜਦੋਂ 12 ਸਾਲ ਦਾ ਹੋਇਆ, ਘਰ ਦੀ ਕੰਡੀਸ਼ਨ ਕੋਈ ਵਧੀਆ ਨਹੀਂ ਸੀਗੀ, ਤੇ ਇਹ ਪੜ੍ਹਾਈ ਛੱਡ ਕੇ ਆਪਣੇ ਡੈਡ ਦੇ ਨਾਲ ਕੰਮ ਕਰਨ ਚਲਾ ਗਿਆ। ਇਹਦਾ ਡੈਡ ਜਿਹੜਾ ਆ ਮਾਈਨਸ ਦੇ ਵਿੱਚ ਕੰਮ ਕਰਦਾ ਸੀਗਾ। ਜਿਹੜੇ ਮਾਈਨਸ ਦੇ ਵਿੱਚੋਂ ਕੋਲਾ ਕੱਢਦੇ ਆ ਨਾ, ਉਹ ਕੰਮ ਕਰਦੇ ਸੀਗੇ। ਤੇ 12 ਸਾਲ ਦੀ ਉਮਰ ਦੇ ਵਿੱਚ ਇਹ ਪੜ੍ਹਾਈ ਛੱਡ ਕੇ ਵੇਲਸ ਦੇ ਵਿੱਚ ਦੂਸਰੀ ਜਗ੍ਹਾ ਤੇ ਜਾ ਕੇ ਮਾਈਨਸ ਦੇ ਵਿੱਚੋਂ ਕੋਲਾ ਕੱਢਣਾ ਉਹਨੇ ਸਟਾਰਟ ਕਰ ਦਿੱਤਾ। ਬਹੁਤ ਸਿੰਪਲ ਜਿਹਾ ਬੰਦਾ ਸੀਗਾ। ਕੋਈ ਡਿਗਰੀ ਨਹੀਂ, ਕੋਈ ਪੜ੍ਹਾਈ ਨਹੀਂ, ਕੋਈ ਬਾਈਬਲ ਸਕੂਲ ਨਹੀਂ, ਕੁਛ ਨਹੀਂ ਕੀਤਾ ਸੀਗਾ। ਬਸ 12 ਸਾਲ ਤੋਂ ਕੰਮ ਕਰਨਾ ਸਟਾਰਟ ਕਰ ਦਿੱਤਾ ਸੀਗਾ। ਹਾਲੇਲੂਇਆ। ਪਰ ਜਿਹੜਾ ਐਵਨ ਰੌਬਰਟਸ ਆ, ਉਹਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ। ਬਹੁਤ ਯੰਗ ਏਜ ਦੇ ਵਿੱਚ, ਜਦੋਂ ਇੰਟਰਵਿਊ ਤੋਂ ਉਹਦੀ ਬਾਅਦ ਵਿੱਚ ਉਹਨਾਂ ਨੇ ਕੀਤੀ, ਪਰ ਉਹਨੇ ਉਹਦੇ ਵਿੱਚ ਦੱਸਿਆ, ਕਹਿੰਦਾ ਮੈਂ ਜਦੋਂ ਬਹੁਤ ਯੰਗ ਸੀਗਾ, ਉਹਦੇ ਵਰਡਸ ਮੈਂ ਤੁਹਾਨੂੰ ਦੱਸਦਾ ਉਹਦੇ ਵਰਡਸ ਕੀ ਸੀਗੇ। ਜਦੋਂ ਉਹਨੇ ਪ੍ਰੇਅਰ ਕਰਨੀ ਸਟਾਰਟ ਕੀਤੀ, ਉਹਦੀਆਂ ਪਹਿਲੀਆਂ ਪ੍ਰੇਅਰਸ ਕੀ ਸੀਗੀਆਂ। ਕਹਿੰਦਾ ਆਫਟਰ ਅ ਲੌਂਗ ਟਾਈਮ, ਜਦੋਂ ਪ੍ਰੇਅਰ ਕਰਦੇ ਨੂੰ ਲੌਂਗ ਟਾਈਮ ਹੋ ਗਿਆ ਉਹਨੂੰ, ਉਹ ਕਹਿੰਦਾ I was much troubled in my soul and in my heart. ਕਹਿੰਦਾ ਮੇਰੀ ਸੋਲ ਤੇ ਮੇਰੇ ਹਾਰਟ ਦੇ ਵਿੱਚ ਬਹੁਤ ਟਰਬਲ ਸੀਗੀ। By thinking about the failure of Christianity. ਕਾਹਦੇ ਲਈ ਉਹਦੇ ਦਿਲ ਦੇ ਵਿੱਚ ਤਾਂ ਉਹਦੀ ਸੋਲ ਦੇ ਵਿੱਚ ਕਾਹਦੇ ਲਈ ਟਰਬਲ ਸੀਗਾ? ਜਦੋਂ ਉਹ ਥਿੰਕ ਕਰਦਾ ਸੀਗਾ about the failure of Christianity, ਕਿ ਕਿਸ ਤਰ੍ਹਾਂ ਕ੍ਰਿਸਚੀਅਨਿਟੀ ਜਿਹੜੀ ਮਸੀਹੀਅਤ ਆ, ਇੰਗਲੈਂਡ ਦੇ ਵਿੱਚ ਫੇਲ ਹੋ ਗਈ ਸੀ ਉਸ ਟਾਈਮ ਦੇ ਵਿੱਚ। ਇਹ ਅਰਲੀ 1900s ਤੋਂ ਵੀ ਪਹਿਲਾਂ
ਜਿਹੜਾ ਜਿਹੜਾ 1800s ਦਾ ਲਾਸਟ ਟਾਈਮ ਸੀਗਾ, ਉਹਦੀ ਗੱਲ ਆ। ਕ੍ਰਿਸਚੀਅਨਿਟੀ ਇਸ ਕੰਟਰੀ ਦੇ ਵਿੱਚ ਫੇਲ ਹੋ ਗਈ ਸੀਗੀ। ਤਾਂ ਉਹ ਕਹਿੰਦਾ ਜਦੋਂ ਮੈਂ ਉਹਦੇ ਬਾਰੇ ਸੋਚਦਾ ਸੀਗਾ ਤਾਂ ਮੇਰਾ ਦਿਲ ਬਹੁਤ ਦੁਖਦਾ ਸੀਗਾ। ਐਂਡ ਇਟ ਸੀਮਸ ਸੱਚ ਅ ਫੇਲੀਅਰ ਐਂਡ ਆਈ ਪ੍ਰੇਡ ਬਟ ਨਥਿੰਗ ਗੇਵ ਮੀ ਰਿਲੀਫ। ਕਹਿੰਦਾ ਮੈਂ ਬਹੁਤ ਟਰਬਲਡ ਹੋ ਗਿਆ ਸੀਗਾ ਇਹ ਸੋਚ ਕੇ ਕਿ ਕ੍ਰਿਸਚੀਅਨਿਟੀ ਕਿਸ ਤਰੀਕੇ ਦੇ ਨਾਲ ਇੰਗਲੈਂਡ ਦੇ ਵਿੱਚ ਫੇਲ ਹੋ ਗਈ। ਤੇ ਕਹਿੰਦਾ ਮੈਂ ਪ੍ਰੇਅਰ ਕਰਦਾ ਰਿਹਾ ਪ੍ਰੇਅਰ ਕਰਦਾ ਜਾਂਦਾ ਸੀਗਾ, ਪਰ ਮੈਨੂੰ ਕੋਈ ਚੀਜ਼ ਵੀ ਰਿਲੀਫ ਨਹੀਂ ਮਿਲਦੀ ਸੀਗੀ। ਕਹਿੰਦਾ ਉਹ ਬਹੁਤ ਟਰਬਲਡ ਸੀਗਾ। ਜੇ ਅਸੀਂ ਅੱਜ ਦਾ ਟਾਈਮ ਦੇਖੀਏ ਕਿ ਅੱਜ ਦਾ ਟਾਈਮ ਸੇਮ ਨਹੀਂ ਆ ਇੰਗਲੈਂਡ ਦੇ ਵਿੱਚ, ਕੀ ਕ੍ਰਿਸਚੀਅਨਿਟੀ ਫੇਲ ਨਹੀਂ ਹੋ ਗਈ? ਕਿ ਚਰਚਿਸ ਅੱਜ ਖਾਲੀ ਨਹੀਂ ਹੋ ਰਹੀਆਂ? ਕਿ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਚਰਚਿਸ ਜਿਹੜੀਆਂ ਆ ਸੇਲ ਤੇ ਲੱਗੀਆਂ ਹੋਈਆਂ ਆ, ਚਰਚਾਂ ਵਿਕ ਰਹੀਆਂ ਆ, ਚਰਚਾਂ ਖਾਲੀ ਹੋ ਰਹੀਆਂ ਆ। ਇੱਕ ਕਾਈਂਡ ਆਫ ਸੇਮ ਟਾਈਮ ਸੀਗਾ ਜਿਹੜੇ ਟਾਈਮ ਦੀ ਐਵਨ ਰੋਬਰਟਸ ਗੱਲ ਕਰ ਰਿਹਾ ਆ। ਜਦੋਂ ਅਸੀਂ ਅੱਜ ਦਾ ਟਾਈਮ ਦੇਖਦੇ ਹਾਂ ਤੇ ਅੱਜ ਦਾ ਟਾਈਮ ਵੀ ਲਗਭਗ ਸੇਮ ਹੀ ਆ। ਸਨੀ ਇਹਨੂੰ ਬਾਹਰ ਭੇਜ ਦਿਓ ਜੇਡਨ ਦੇ ਨਾਲ, ਬਾਹਰ ਨਾਲ ਭੇਜ ਦਿਓ। ਅੱਜ ਦਾ ਟਾਈਮ ਵੀ ਲਗਭਗ ਇੰਗਲੈਂਡ ਦੇ ਵਿੱਚ ਸੇਮ ਟਾਈਮ ਆ ਜਿਸ ਤਰ੍ਹਾਂ ਦਾ ਐਵਨ ਰੋਬਰਟਸ ਨੇ ਡਿਸਕ੍ਰਾਈਬ ਕੀਤਾ ਆ। ਪਰ ਅੱਜ ਦੀ ਡੇਟ ਦੇ ਵਿੱਚ ਕੀ ਸਾਡਾ ਮਨ, ਸਾਡੀ ਸੋਲ ਇਸ ਤਰੀਕੇ ਨਾਲ ਟਰਬਲ ਹੁੰਦੀ ਆ ਜਿਸ ਤਰੀਕੇ ਦੇ ਨਾਲ ਐਵਨ ਰੋਬਰਟਸ ਦੀ ਜਿਹੜੀ ਸੋਲ ਆ ਉਹ ਟਰਬਲ ਹੋਈ ਸੀਗੀ? ਉਹਦੇ ਦਿਲ ਨੂੰ ਕਿਸੇ ਚੀਜ਼ ਦੇ ਨਾਲ ਵੀ ਰਿਲੀਫ ਨਹੀਂ ਮਿਲ ਰਿਹਾ ਸੀਗਾ। ਉਹ ਸੋਚ ਕੇ ਬਹੁਤ ਦੁਖੀ ਹੋ ਗਿਆ ਕਿ ਕਹਿੰਦਾ ਕ੍ਰਿਸਚੀਅਨਿਟੀ ਇੰਗਲੈਂਡ ਦੇ ਵਿੱਚ ਫੇਲ ਹੋ ਗਿਆ। ਉਸ ਟਾਈਮ ਤੇ ਇੱਦਾਂ ਲੱਗ ਰਿਹਾ ਸੀਗਾ ਕਿ ਇੰਗਲੈਂਡ ਦੇ ਵਿੱਚੋਂ ਕ੍ਰਿਸਚੀਅਨਿਟੀ ਖਤਮ ਹੋ ਜਾਣੀ ਆ। ਇਹ ਸੋਚ ਕੇ ਉਹ ਬਹੁਤ ਟਰਬਲਡ ਹੋ ਗਿਆ ਸੀਗਾ। ਹਾਲੇਲੂਇਆ। ਪਰ ਐਵਨ ਰੋਬਰਟਸ ਦੀ ਇੱਕ ਆਦਤ ਸੀਗੀ। ਉਸ ਟਾਈਮ ਤੇ ਐਵਨ ਰੋਬਰਟਸ ਨੂੰ ਕੋਈ ਨਹੀਂ ਜਾਣਦਾ ਸੀਗਾ। ਇੱਕ ਨੋਰਮਲ ਜਿਹਾ ਪਰਸਨ ਸੀਗਾ, ਪਰ ਉਹਦੀ ਇੱਕ ਆਦਤ ਸੀਗੀ, ਉਹ ਜਦੋਂ ਵੀ ਕਿਤੇ ਜਾਂਦਾ ਸੀ ਆਪਣੀ ਬਾਈਬਲ ਨਾਲ ਲੈ ਕੇ ਜਾਂਦਾ ਸੀਗਾ। ਈਵਨ ਜਦੋਂ ਉਹ ਮਾਈਨ ਦੇ ਵਿੱਚ ਕੰਮ ਵੀ ਕਰਨ ਜਾਂਦਾ ਸੀਗਾ ਤੇ ਆਪਣੀ ਬਾਈਬਲ ਨੂੰ ਨਾਲ ਲੈ ਕੇ ਜਾਂਦਾ ਸੀਗਾ। ਦੂਸਰੀ ਇੱਕ ਉਹ ਤੇ ਇੱਕ ਉਹਦਾ ਫਰੈਂਡ ਸੀਗਾ ਸੈਥ, ਉਹਦਾ ਜ਼ਿਕਰ ਆਉਂਦਾ ਆ। ਇਹ ਜਦੋਂ ਸਵੇਰੇ ਮਾਰਨਿੰਗ ਵਾਕ ਤੇ ਜਾਂਦੇ ਸੀਗੇ, ਇਹਨਾਂ ਦੀ ਪੱਕੀ ਆਦਤ ਸੀਗੀ, ਪ੍ਰੇਅਰ ਕਰਦੇ ਸੀਗੇ ਕਿ ਪਰਮੇਸ਼ਵਰ ਆਪਣੇ ਪਵਿੱਤਰ ਆਤਮਾ ਨੂੰ ਭੇਜੋ। ਐਵਰੀ ਸਿੰਗਲ ਡੇ ਇਹਨਾਂ ਦੀ ਆਹ ਪ੍ਰੇਅਰ ਚੱਲਦੀ ਸੀਗੀ ਕਿ ਪਰਮੇਸ਼ਵਰ ਪਵਿੱਤਰ ਆਤਮਾ ਨੂੰ ਭੇਜੋ, ਪਰਮੇਸ਼ਵਰ ਪਵਿੱਤਰ ਆਤਮਾ ਇਸ ਦੇਸ਼ ਤੇ ਉੰਡੇਲ ਦਿਓ। ਤੇ ਤੁਸੀਂ ਸੋਚ ਸਕਦੇ ਐਵਨ ਰੋਬਰਟਸ ਨੇ 13 ਸਾਲ ਪ੍ਰੇਅਰ ਕੀਤੀ ਰਿਵਾਈਵਲ ਵਾਸਤੇ। 13 ਸਾਲ ਲਗਾਤਾਰ ਜਿਹੜਾ ਐਵਨ ਰੋਬਰਟਸ ਸੀਗਾ ਪ੍ਰੇਅਰ ਕਰਦਾ ਰਿਹਾ। ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ, ਕਹਿੰਦਾ ਜਦੋਂ ਮੈਂ ਕੰਮ ਫਿਨਿਸ਼ ਕਰਦਾ ਸੀਗਾ ਤਾਂ ਕਈ ਵਾਰੀ ਮੈਂ ਦੇਖਦਾ ਸੀਗਾ ਕਿ ਜਿਹੜੇ ਉਹਦੇ ਫਰੈਂਡ ਸੀਗੇ, ਜਿਹੜੇ ਹੋਰ ਯੰਗ ਲੋਕ ਸੀਗੇ, ਉਹ ਬੋਟਸ ਤੇ ਜਾਂਦੇ ਸੀਗੇ, ਕਈ ਵਾਰੀ ਗੇਮਸ ਪਲੇ ਕਰਨ ਜਾਂਦੇ ਸੀਗੇ। ਪਰ ਐਵਨ ਰੋਬਰਟਸ ਵੀਕ ਦੇ ਵਿੱਚ 4 ਤੋਂ 5 ਦਿਨ ਚਰਚ ਜਾਂਦਾ ਸੀਗਾ, ਹਰ ਮੀਟਿੰਗ ਅਟੈਂਡ ਕਰਦਾ ਸੀਗਾ। ਉਹਨੇ ਆਪਣੀ ਜਿਹੜੀ ਲਾਈਫ ਸੀਗੀ ਉਹ ਡੈਡੀਕੇਟ ਕਰ ਦਿੱਤੀ ਸੀਗੀ ਜਿਹੜੀ ਪ੍ਰੇਅਰ ਆ ਰਿਵਾਈਵਲ ਦੇ ਵਾਸਤੇ, ਤੇ ਰਿਵਾਈਵਲ ਬ੍ਰੇਕਆਊਟ ਇੰਗਲੈਂਡ ਦੇ ਵਿੱਚ ਕਰਾਉਣ ਲਈ ਉਹਨੇ ਆਪਣੀ ਲਾਈਫ ਡੈਡੀਕੇਟ ਕਰ ਦਿੱਤੀ ਸੀ। ਹਾਲੇਲੂਇਆ। 12 ਸਾਲ ਦਾ ਸੀਗਾ ਜਦੋਂ ਘਰ ਛੱਡ ਕੇ ਕੰਮ ਕਰਨ ਚਲਾ ਗਿਆ। 13 ਸਾਲ ਉਹਨੇ ਪ੍ਰੇਅਰ ਕੀਤੀ ਰਿਵਾਈਵਲ ਬ੍ਰੇਕਆਊਟ ਹੋਣ ਲਈ। ਪਰ ਜਦੋਂ ਐਵਨ ਰੋਬਰਟਸ 26 ਸਾਲਾਂ ਦਾ ਹੋਇਆ, 26 ਇਅਰਸ ਓਲਡ ਹੋਇਆ, ਤਾਂ ਇੰਗਲੈਂਡ ਦੇ ਵਿੱਚ ਰਿਵਾਈਵਲ ਬ੍ਰੇਕਆਊਟ ਹੋ ਗਿਆ। ਨਾਟ ਇੰਗਲੈਂਡ, ਵੇਲਸ ਦੇ ਵਿੱਚ, ਸੌਰੀ, ਵੇਲਸ ਦੇ ਵਿੱਚ ਰਿਵਾਈਵਲ ਬ੍ਰੇਕਆਊਟ ਹੋਇਆ। ਤਾਂ ਐਸਾ ਰਿਵਾਈਵਲ ਸੀਗਾ ਕਿ 2 ਵੀਕ ਦੇ ਵਿੱਚ ਜਿਹੜਾ ਐਵਨ ਰੋਬਰਟਸ ਆ, ਜਿਹਨੂੰ 2 ਵੀਕ ਪਹਿਲਾਂ ਕੋਈ ਨਹੀਂ ਜਾਣਦਾ ਸੀਗਾ, ਤੇ 2 ਵੀਕ ਬਾਅਦ ਪੂਰੇ ਵੇਲਸ, ਸਕਾਟਲੈਂਡ, ਇੰਗਲੈਂਡ ਤੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਲੋਕ ਜਾਣਨ ਲੱਗ ਗਏ ਸੀਗੇ ਸਿਰਫ 2 ਵੀਕ ਦੇ ਵਿੱਚ। ਪਰ ਸਿਰਫ 2 ਵੀਕ ਨਹੀਂ ਹੋਏ ਸੀ, ਉਹਦੀ 13 ਸਾਲ ਦੀ ਪ੍ਰੇਅਰ ਸੀਗੀ ਜਿਹਨੇ ਉਹਨੂੰ 2 ਸਾਲ ਦੇ ਵਿੱਚ
ਪੂਰੀ ਦੁਨੀਆ ਦੇ ਵਿੱਚ ਪਛਾਣ ਦੇ ਦਿੱਤੀ ਸੀਗੀ। ਪਰ ਕੀ ਹੋਇਆ ਜਦੋਂ ਤੁਸੀਂ ਦੇਖਦੇ ਆ ਉਹਦੀ ਲਾਈਫ ਜਿਹੜੀ ਸੀਗੀ, ਪ੍ਰੇਅਰ ਕਰਦੇ ਇੱਕ ਐਸਾ ਟਾਈਮ ਆਇਆ ਰਿਵਾਈਵਲ ਬ੍ਰੇਕ ਆਊਟ ਹੋਣ ਤੋਂ ਸਿਰਫ 3 ਜਾਂ 4 ਮਹੀਨੇ ਪਹਿਲਾਂ ਉਹ ਪ੍ਰੇਅਰ ਕਰਦੇ ਪ੍ਰੇਅਰ ਉਹਦੀ ਕਾਫੀ ਵੱਧ ਗਈ ਸੀਗੀ। ਪ੍ਰੇਅਰ ਕਰਦੇ ਉਹ ਸੋ ਗਿਆ। ਇੱਕ ਰਾਤ ਉਹ ਸੁੱਤਾ ਤੇ ਰਾਤ ਦੇ 1 ਵਜੇ ਉਹਦੀ ਜਾਗ ਖੁੱਲ੍ਹ ਗਈ। ਜਦੋਂ ਰਾਤ ਦੇ 1 ਵਜੇ ਉਹਦੀ ਜਾਗ ਖੁੱਲ੍ਹ ਗਈ, ਉਹ ਧਰਤੀ ਦੇ ਉੱਪਰੋਂ ਉਠਾ ਲਿਆ ਗਿਆ ਤੇ ਉਸ ਸਵਰਗ ਦੇ ਵਿੱਚ ਪਹੁੰਚ ਗਿਆ। ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਤੇ ਜਿਹੜਾ ਹੋਸਟ ਸੀਗਾ ਉਹਨੂੰ ਪੁੱਛ ਰਿਹਾ ਸੀਗਾ, ਕਹਿੰਦਾ ਹੋ ਸਕਦਾ ਕਿ ਤੈਨੂੰ ਲੱਗਦਾ ਹੋਵੇ ਕਿ ਸ਼ਾਇਦ ਤੂੰ ਸੱਚੀ ਦੇ ਵਿੱਚ ਸਵਰਗ ਵਿੱਚ ਗਿਆ ਆ, ਪਰ ਕਹਿੰਦਾ ਹੋ ਸਕਦਾ ਤੇਰਾ ਸੁਪਨਾ ਹੋਵੇ। ਉਹ ਕਹਿੰਦਾ ਸੁਪਨਾ ਨਹੀਂ ਸੀਗਾ, ਕਹਿੰਦਾ ਮੈਂ ਵਾਈਡ ਅਵੇਕ ਸੀਗਾ, ਪੂਰੀ ਸੁਰਤ ਦੇ ਵਿੱਚ ਸੀਗਾ। ਮੈਂ ਧਰਤੀ ਤੋਂ ਅਸਮਾਨ ਤੇ ਉਠਾਇਆ ਗਿਆ, ਤੀਸਰੇ ਹੈਵਨ ਦੇ ਵਿੱਚ। ਉਹ ਆਪਣੇ ਮੂੰਹੋਂ ਦੱਸਦਾ ਕਿ ਮੈਂ ਤੀਸਰੇ ਹੈਵਨ ਦੇ ਵਿੱਚ ਗਿਆ। ਪਰਮੇਸ਼ਵਰ ਦੇ ਨਾਲ ਉਹਨੇ ਰੂਬਰੂ ਗੱਲ ਕੀਤੀ, ਫੇਸ ਟੂ ਫੇਸ। ਜਿਹੜਾ ਐਵਨ ਰੋਬਰਟ ਸੀਗਾ ਉਹਨੇ ਪਰਮੇਸ਼ਵਰ ਦੇ ਨਾਲ ਗੱਲਬਾਤ ਕੀਤੀ ਤੇ ਉਹਨੇ ਦੱਸਿਆ, ਕਹਿੰਦਾ ਮੈਂ ਇਸ ਤਰ੍ਹਾਂ ਪਰਮੇਸ਼ਵਰ ਦੇ ਨਾਲ ਗੱਲਬਾਤ ਕੀਤੀ ਜਿਸ ਤਰ੍ਹਾਂ ਇੱਕ ਫਰੈਂਡ ਦੇ ਨਾਲ ਮੈਂ ਗੱਲਬਾਤ ਕਰਦਾ ਹੁੰਦਾ। 4 ਘੰਟੇ ਤੱਕ ਉਹ ਪਰਮੇਸ਼ਵਰ ਦੇ ਨਾਲ ਗੱਲਾਂ ਕਰਦਾ ਰਿਹਾ, 1 ਵਜੇ ਤੋਂ ਲੈ ਕੇ 5 ਵਜੇ ਤੱਕ। ਤੇ 5 ਵਜੇ ਦੁਬਾਰਾ ਉਹਨੂੰ ਧਰਤੀ ਦੇ ਉੱਤੇ ਛੱਡ ਦਿੱਤਾ ਗਿਆ। ਤੇ ਫਿਰ ਉਹ ਦੱਸਦਾ, ਕਹਿੰਦਾ ਕਿ ਇੱਕ ਦਿਨ ਨਹੀਂ ਹੋਇਆ, 3 ਤੋਂ ਲੈ ਕੇ 4 ਮਹੀਨੇ ਲਗਾਤਾਰ ਐਵਰੀ ਸਿੰਗਲ ਡੇ ਉਹ ਰਾਤ ਨੂੰ 1 ਵਜੇ ਧਰਤੀ ਤੋਂ ਉਠਾ ਲਿਆ ਜਾਂਦਾ ਸੀਗਾ, ਤੀਸਰੇ ਸਵਰਗ ਤੇ ਜਾਂਦਾ ਸੀਗਾ, ਪਰਮੇਸ਼ਵਰ ਨਾਲ ਗੱਲਬਾਤ ਕਰਦਾ ਸੀਗਾ ਤੇ ਫਿਰ 5 ਵਜੇ ਧਰਤੀ ਤੇ ਛੱਡ ਦਿੱਤਾ ਜਾਂਦਾ ਸੀਗਾ ਉਹਨੂੰ। 3 ਤੋਂ 4 ਮਹੀਨੇ ਲਗਾਤਾਰ ਇਹ ਪ੍ਰੋਸੈਸ ਚੱਲਦਾ ਰਿਹਾ। ਤੁਸੀਂ ਸੋਚ ਕੇ ਦੇਖੋ ਕਿ ਕਿੱਦਾਂ ਦਾ ਟਾਈਮ ਹੋਊਗਾ ਐਵਨ ਰੋਬਰਟਸ ਦੀ ਲਾਈਫ ਦੇ ਵਿੱਚ। ਇੱਕ ਟਾਈਮ ਸੀਗਾ 13 ਸਾਲ ਪਹਿਲਾਂ ਜਦੋਂ ਉਹ ਟਰਬਲਡ ਸੀਗਾ ਕਿ ਕ੍ਰਿਸਚੈਨਿਟੀ ਖਤਮ ਹੋ ਰਹੀ ਆ, ਇੰਗਲੈਂਡ ਦੇ ਵਿੱਚੋਂ ਕ੍ਰਿਸਚੈਨਿਟੀ ਖਤਮ ਹੋ ਜਾਣੀ ਆ, ਫੇਲ ਹੋ ਜਾਣੀ ਆ, ਫੇਲ ਹੋ ਗਈ ਆ, ਕ੍ਰਿਸਚੈਨਿਟੀ ਟੋਟਲੀ ਫੇਲ ਹੋ ਗਈ ਆ। ਸਾਰਾ ਕੁਝ ਜਿਸ ਤਰ੍ਹਾਂ ਅੱਜ ਆ ਉਸ ਤਰ੍ਹਾਂ ਸੀਗਾ। ਪਰ ਇੱਕੋ ਦਮ ਕੀ ਹੋਇਆ, 13 ਸਾਲ ਦੀ ਪ੍ਰੇਅਰ ਤੋਂ ਬਾਅਦ 'ਚੋਂ ਪਰਮੇਸ਼ਵਰ ਨੇ ਉਹਨੂੰ ਫੇਸ ਟੂ ਫੇਸ ਦਰਸ਼ਨ ਦਿੱਤੇ। ਕਈ ਵਾਰੀ ਕਹਿੰਦੇ ਵੀ ਪਰਮੇਸ਼ਵਰ ਨੂੰ ਕਿਸੇ ਨੇ ਦੇਖਿਆ, ਐਵਨ ਰੋਬਰਟਸ ਨੇ 3 ਤੋਂ ਲੈ ਕੇ 4 ਮਹੀਨੇ ਲਗਾਤਾਰ ਪਰਮੇਸ਼ਵਰ ਨੂੰ ਐਵਰੀ ਸਿੰਗਲ ਡੇ ਦੇਖਿਆ, ਐਵਰੀ ਸਿੰਗਲ ਡੇ ਪਰਮੇਸ਼ਵਰ ਦੇ ਨਾਲ ਗੱਲਾਂ ਕੀਤੀਆਂ। ਹਾਲੇਲੂਇਆ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਕੀ ਐਵਨ ਰੋਬਰਟਸ ਪ੍ਰਭੂ ਯਿਸੂ ਦੇ ਨਾਲ ਤੁਰਿਆ ਸੀਗਾ? ਕਿ ਉਹ 12 ਚੇਲਿਆਂ ਦੇ ਵਿੱਚੋਂ ਇੱਕ ਸੀਗਾ? ਕਿ ਪ੍ਰਭੂ ਯਿਸੂ ਨੇ ਉਹਨੂੰ ਅਨੋਇੰਟ ਕੀਤਾ ਸੀਗਾ? ਨਹੀਂ, ਉਹ ਸਿਰਫ ਇੱਕ ਨੋਰਮਲ ਇਨਸਾਨ ਸੀਗਾ, ਤੁਹਾਡੇ ਤੇ ਮੇਰੇ ਵਰਗਾ। ਪਰ ਕੀ ਆ, ਉਹਦੇ ਦਿਲ ਦੇ ਵਿੱਚ ਇੱਕ ਤੜਪ ਸੀਗੀ, ਉਹ ਟਰਬਲਡ ਸੀਗਾ ਕਿ ਇੱਦਾਂ ਕਿੱਦਾਂ ਕ੍ਰਿਸਚੈਨਿਟੀ, ਪਰਮੇਸ਼ਵਰ ਦਾ ਇੱਕ ਜਿਹੜੀ ਸੱਚੀ ਕਿੰਗਡਮ ਆ, ਉਹ ਇੰਗਲੈਂਡ ਜਿਹੜੀ ਕਿ ਇੱਕ ਟਾਈਮ ਦੇ ਉੱਤੇ ਕ੍ਰਿਸਚਨ ਨੇਸ਼ਨ ਸੀਗੀ, ਉਹ ਕਿਸ ਤਰ੍ਹਾਂ ਇੱਥੇ ਕ੍ਰਿਸਚੈਨਿਟੀ ਫੇਲ ਹੋ ਸਕਦੀ ਆ। ਉਹ ਟਰਬਲਡ ਸੀਗਾ। ਉਹ ਕ੍ਰਿਸਚੈਨਿਟੀ ਦੇ ਪ੍ਰਤੀ ਉਹ ਦਰਦ ਰੱਖਣ ਵਾਲਾ ਇਨਸਾਨ ਸੀਗਾ। ਤੇ ਇਕੱਲਾ ਦਰਦ ਹੀ ਨਹੀਂ ਰੱਖਦਾ ਸੀਗਾ, ਉਹ ਪ੍ਰੇਅਰ ਵੀ ਕਰਨ ਵਾਲਾ ਇਨਸਾਨ ਸੀਗਾ। 13 ਸਾਲ ਲਗਾਤਾਰ ਉਹ ਪ੍ਰੇਅਰ ਕਰਦਾ ਰਿਹਾ। ਫਿਰ ਉਹ ਦੱਸਦਾ ਆ, ਕਹਿੰਦਾ ਕਿ ਜਦੋਂ ਉਹ ਪਰਮੇਸ਼ਵਰ ਦੇ ਨਾਲ ਗੱਲਬਾਤ ਕਰਦਾ ਸੀਗਾ ਤਾਂ ਉਹਨੂੰ ਰੈਵਲੇਸ਼ਨ ਦਿੱਤਾ ਗਿਆ। ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਤੇਰੇ ਥਰੂ ਮੈਂ 1 ਲੱਖ ਰੂਹਾਂ ਨੂੰ ਬਚਾਵਾਂਗਾ। 1 ਲੱਖ ਰੂਹਾਂ ਦਾ ਰੈਵਲੇਸ਼ਨ ਉਹਨੂੰ ਦਿੱਤਾ ਗਿਆ ਕਿ ਐਵਨ ਰੋਬਰਟਸ ਦੇ ਥਰੂ 1 ਲੱਖ ਰੂਹਾਂ ਬਚਾਈਆਂ ਜਾਣਗੀਆਂ। ਤੇ ਐਵਨ ਰੋਬਰਟਸ ਨੇ ਕੀ ਕੀਤਾ, ਉਹਨੇ ਗੱਲ ਕੀਤੀ, ਕੋਈ ਕ੍ਰਿਸਚਨ ਬਾਈਬਲ ਸਕੂਲ ਦਾ ਪ੍ਰਿੰਸੀਪਲ ਸੀਗਾ, ਉਹਨੇ ਕਿਹਾ ਕਿ ਮੈਂ ਕੋਈ ਮੀਟਿੰਗ ਕਰਨਾ ਚਾਹੁੰਦਾ ਆ। ਉਹਨਾਂ ਨੇ ਦੇਖਿਆ ਕਿ ਯੰਗ ਮੈਨ ਆ, ਇਹਦੇ ਕੋਲ ਕੋਈ ਥਿਊਰੀ ਨਹੀਂ ਗਈ, ਕੋਈ ਇਹਨੇ ਥਿਓਲੋਜੀ ਨਹੀਂ ਕੀਤੀ, ਕੋਈ ਪਾਸਟਰ ਨਹੀਂ ਗਾ, ਕੋਈ ਬਾਈਬਲ ਕਾਲਜ ਨਹੀਂ ਗਿਆ, ਕੋਈ ਸਟੱਡੀ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਇੱਦਾਂ ਕਰੋ ਕਿ ਅਸੀਂ ਯੂਥ ਦੀ ਮੀਟਿੰਗ ਲਈ ਤੁਹਾਨੂੰ ਰੂਮ ਦੇ ਸਕਦੇ ਹਾਂ, ਅਗਰ ਤੁਸੀਂ ਯੂਥ ਦੀ ਮੀਟਿੰਗ ਕਰਾਉਣਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਐਵਨ ਰੋਬਰਟਸ ਨੇ ਕਿਹਾ ਠੀਕ ਆ। ਤੇ ਇੱਕ ਯੂਥ ਦੀ ਮੀਟਿੰਗ ਉਹਨੂੰ ਦਿੱਤੀ ਗਈ। ਉਸੇ ਯੂਥ ਦੀ ਮੀਟਿੰਗ ਦੇ ਵਿੱਚ ਰਿਵਾਈਵਲ ਬ੍ਰੇਕ ਆਊਟ ਹੋਇਆ। ਉਹ ਐਸਾ ਰਿਵਾਈਵਲ ਬ੍ਰੇਕ ਆਊਟ ਹੋਇਆ ਕਿ ਸਾਰੇ ਵੇਲਸ ਦੇ ਵਿੱਚ ਉਹਦੀ ਗੱਲ ਫੈਲ ਗਈ। ਤੇ ਜਿਹੜੇ 1 ਲੱਖ ਯੂਥ ਤੋਂ ਸਟਾਰਟ ਹੋਇਆ, ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇੱਕ ਪਰਮੇਸ਼ਵਰ ਦਾ ਦਾਸ ਆ ਤੇ ਉਹਦੇ ਥਰੂ ਰਿਵਾਈਵਲ ਬ੍ਰੇਕ ਆਊਟ ਹੋਇਆ, ਤੇ ਜਿਹੜੇ ਨੋਰਮਲ ਲੋਕ ਸੀਗੇ, ਜਿਹੜੇ ਯੂਥ ਨਹੀਂ ਸੀ, ਯੰਗ ਨਹੀਂ ਸੀ, ਪਰ ਵੱਡੇ ਸੀਗੇ, ਉਹ ਵੀ ਉਹਦੀਆਂ ਮੀਟਿੰਗਸ ਦੇ ਵਿੱਚ ਆਉਣਾ ਸਟਾਰਟ ਹੋ ਗਏ।
ਐਵਰੀ ਸਿੰਗਲ ਡੇ ਮੀਟਿੰਗਸ ਹੋਣੀਆਂ ਸਟਾਰਟ ਹੋਈਆਂ। ਤੇ ਜਿਹੜਾ ਪਰਮੇਸ਼ਵਰ ਨੇ ਉਹਨੂੰ ਵਿਜ਼ਨ ਦਿੱਤਾ ਸੀ 1 ਲੱਖ ਰੂਹਾਂ ਬਚਾਉਣ ਦਾ, ਤੇ 1 ਲੱਖ ਰੂਹਾਂ ਸਿਰਫ 6 ਮਹੀਨਿਆਂ ਦੇ ਵਿੱਚ ਬਚਾ ਲਈਆਂ ਗਈਆਂ। ਹਾਲੇਲੂਇਆ। ਤੁਸੀਂ ਸੋਚ ਕੇ ਦੇਖੋ ਕਿ ਸਿਰਫ 6 ਮਹੀਨਿਆਂ ਦੇ ਵਿੱਚ 1 ਲੱਖ ਲੋਕ ਪਰਮੇਸ਼ਵਰ ਦੇ ਵਿੱਚ ਆ ਗਏ। ਕਿੱਡਾ ਵੱਡਾ ਰਿਵਾਈਵਲ ਹੋਗਾ ਸਿਰਫ 6 ਮਹੀਨੇ। ਸੋਚ ਕੇ ਦੇਖੋ, ਅੱਜ ਆਪਾਂ ਚਰਚ ਸਟਾਰਟ ਕਰਦੇ ਹਾਂ, 6 ਮਹੀਨਿਆਂ ਤੱਕ ਕਈ ਵਾਰੀ 30-40 ਬੰਦੇ ਵੀ ਨਹੀਂ ਹੁੰਦੇ ਚਰਚ ਦੇ ਵਿੱਚ। 6 ਮਹੀਨਿਆਂ ਦੇ ਵਿੱਚ 1 ਲੱਖ ਲੋਕ ਕਨਵਰਟ ਹੋ ਗਏ। ਉਸ ਟਾਈਮ ਦੇ ਉੱਤੇ ਟੀਵੀ ਨਹੀਂ ਹੁੰਦੇ ਸੀਗੇ, ਨਿਊਜ਼ਪੇਪਰਸ ਹੁੰਦੀਆਂ ਸੀਗੀਆਂ। ਨਿਊਜ਼ਪੇਪਰ ਦੇ ਵਿੱਚ ਐਵਰੀ ਸਿੰਗਲ ਡੇ ਸਪੈਸ਼ਲ ਕਾਲਮਸ ਲੱਗਦੇ ਸੀਗੇ ਰੋਬਨ ਐਵਰਟਸ ਦੇ ਲਈ। ਤੇ ਜਿਹੜੀਆਂ ਅਖਬਾਰਾਂ ਸੀਗੀਆਂ ਉਸ ਟਾਈਮ ਦੇ ਵਿੱਚ, ਨਿਊਜ਼ਪੇਪਰ ਸੀਗੇ, ਉਹ ਕਾਲਮ ਸਪੈਸ਼ਲ ਬਣਾਉਂਦੇ ਸੀਗੇ। ਉਹਦੇ ਵਿੱਚ ਸਟੈਟਿਕਸ ਦੱਸਦੇ ਸੀਗੇ, ਨੰਬਰ ਆਫ ਪੀਪਲ ਦੱਸਦੇ ਸੀਗੇ ਕਿ ਕਿੰਨੇ ਲੋਕ ਕਿਹੜੀ ਜਗ੍ਹਾ ਤੇ ਕਿੰਨੀ ਏਜ ਆ, ਉਹਨਾਂ ਦੇ ਨਾਮ ਸਾਰਾ ਕੁਝ ਲਿਖਿਆ ਜਾਂਦਾ ਸੀ ਕਿ ਇੰਨੇ ਲੋਕ ਆਹ ਜਗ੍ਹਾ ਤੇ ਆਹਾ ਏਜ, ਆਹਾ ਨਾਮ, ਆਹਾ ਵਿਲੇਜ ਅੱਜ ਕਨਵਰਟ ਹੋਏ ਆ। ਹਾਲੇਲੂਇਆ। ਮਤਲਬ ਕਿ ਉਸ ਟਾਈਮ ਦੇ ਵਿੱਚ ਐਵਨ ਰੋਬਰਟਸ ਇੱਕ ਸੈਲੀਬ੍ਰਿਟੀ ਬਣ ਗਿਆ ਸੀਗਾ ਕਿ ਨਿਊਜ਼ਪੇਪਰ ਵਾਲੇ ਜਿਹੜੇ ਪ੍ਰੈਸ ਰਿਪੋਰਟਰ ਸੀਗੇ, ਜਿੱਥੇ ਵੀ ਉਹ ਜਾਂਦਾ ਸੀਗਾ ਉੱਥੇ ਕਵਰ ਕਰਦੇ ਸੀਗੇ। ਮਤਲਬ ਕਿ ਉਸ ਟਾਈਮ ਦੇ ਵਿੱਚ ਇਹ ਨਹੀਂ ਕਿ ਸਿਰਫ ਕਿ ਲੋਕਾਂ ਨੇ ਦੇਖਿਆ ਤੇ ਕਹਿ ਦਿੱਤਾ, ਮੇ ਵੀ ਸ਼ਾਇਦ 10,000 ਲੋਕ ਸੀਗੇ ਤੇ ਲੋਕ ਕਹਿਣ 50,000। ਨੋ, ਇੱਕ ਸਿੰਗਲ ਬੰਦੇ ਦੀ ਨੇਮ, ਏਜ, ਵਿਲੇਜ, ਕਿੱਥੇ ਕਨਵਰਟ ਹੋਇਆ, ਕਿੱਥੇ ਬੈਪਟਿਜ਼ਮ ਲਿਆ, ਉਹ ਅਖਬਾਰਾਂ ਦੇ ਵਿੱਚ ਐਵਰੀ ਸਿੰਗਲ ਡੇ ਛਾਪਿਆ ਜਾਂਦਾ ਸੀ। ਅਗਰ ਸਟਿਲ ਤੁਸੀਂ ਸ਼ਾਇਦ ਗੂਗਲ ਤੇ ਕੱਢ ਕੇ ਦੇਖੋ, 1904 ਤੋਂ ਲੈ ਕੇ 1905 ਦੀਆਂ ਜੇ ਨਿਊਜ਼ਪੇਪਰ ਤੁਸੀਂ ਕੱਢ ਸਕਦੇ ਹੋ ਵੇਲਸ ਦੀਆਂ, ਤੇ ਤੁਹਾਨੂੰ ਸਾਰੇ ਪ੍ਰੂਫ ਉੱਥੋਂ ਮਿਲ ਜਾਣਗੇ ਕਿ ਕਿਹੜੇ ਲੋਕ ਉਦੋਂ 6 ਮਹੀਨਿਆਂ ਦੇ ਵਿੱਚ 1 ਲੱਖ ਲੋਕ ਕਨਵਰਟ ਹੋਏ ਸੀਗੇ। ਹਾਲੇਲੂਇਆ। ਵਿਦਿਨ 2 ਵੀਕਸ ਦੇ ਵਿੱਚ ਕੀ ਹੋਣਾ ਸਟਾਰਟ ਹੋਇਆ? ਲੋਕਾਂ ਦੀਆਂ ਲਾਈਫ ਚੇਂਜ ਹੋਣੀਆਂ ਸਟਾਰਟ ਹੋ ਗਈਆਂ। ਲੋਕ ਕੀ ਕਰਦੇ ਸੀਗੇ? ਕੰਮ ਤੇ ਜਾਂਦੇ ਸੀਗੇ, ਜਲਦੀ ਕੰਮ ਫਿਨਿਸ਼ ਕਰਕੇ ਪ੍ਰੇਅਰ ਮੀਟਿੰਗ ਦੇ ਵਿੱਚ ਜਾਣੇ ਸਟਾਰਟ ਹੋ ਗਏ। ਚਰਚਿਸ ਭਰਨੀਆਂ ਸਟਾਰਟ ਹੋ ਗਈਆਂ। ਚੈਪਲਸ ਜਿਹੜੀਆਂ ਸੀ ਭਰਨੀਆਂ ਸਟਾਰਟ ਹੋ ਗਈਆਂ। ਕਿੱਥੇ ਉਹ ਜਿਹੜੀਆਂ ਚਰਚਿਸ ਆ ਖਾਲੀ ਹੋ ਗਈਆਂ ਸੀਗੀਆਂ, ਕੋਈ ਜਾਂਦਾ ਨਹੀਂ ਸੀਗਾ। ਪਰ ਵਿਦਿਨ 2 ਵੀਕਸ, ਤੁਸੀਂ ਇਹ ਸੋਚ ਕੇ ਦੇਖੋ ਕਿ 2 ਵੀਕਸ ਕੋਈ ਜ਼ਿਆਦਾ ਟਾਈਮ ਨਹੀਂ, 2 ਵੀਕਾਂ ਦੇ ਵਿੱਚ ਇਹ ਸਾਰਾ ਕੁਝ ਹੋਇਆ। ਲੋਕਾਂ ਦੇ ਵਿੱਚ ਇੰਨਾ ਚੇਂਜ ਆ ਗਿਆ ਤੇ ਲੋਕੀ ਸਾਰੇ ਕੰਮ ਛੱਡ ਕੇ, ਹੌਲੀਡੇ ਛੱਡ ਕੇ ਚਰਚਿਸ ਦੇ ਵਿੱਚ ਜਾਣ ਲੱਗ ਗਏ। ਹਾਲੇਲੂਇਆ। ਵਿਦਿਨ 2 ਵੀਕਸ ਜਿਹੜਾ ਐਵਨ ਰੋਬਰਟਸ ਆ, ਉਹ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਕਿ ਜਗ੍ਹਾ ਤੋਂ ਲੋਕੀ ਉਹਨੂੰ ਕਾਲ ਕਰਨ ਲੱਗ ਗਏ ਕਿ ਇੱਥੇ ਆ ਕੇ ਪ੍ਰੀਚ ਕਰੋ, ਇੱਥੇ ਆ ਕੇ ਪ੍ਰੀਚ ਕਰੋ, ਇੱਥੇ ਆ ਕੇ ਪ੍ਰੀਚ ਕਰੋ। ਤੇ ਪਰ ਜਿਹੜਾ ਐਵਨ ਰੋਬਰਟਸ ਸੀਗਾ, ਉਹ ਇੱਕੋ ਹੀ ਗੱਲ ਹਮੇਸ਼ਾ ਕਹਿੰਦਾ ਕਿ ਮੇਰੇ ਥਰੂ ਕੁਛ ਨਹੀਂ ਹੋ ਰਿਹਾ, ਇਹ ਸਿਰਫ ਹੋਲੀ ਸਪਿਰਿਟ ਦੇ ਥਰੂ ਹੋ ਰਿਹਾ। ਆਲਵੇਜ਼ ਆਹੀ ਕਹਿੰਦਾ ਸੀ, ਕਹਿੰਦਾ ਮੈਂ ਇਹ ਜਿਹੜਾ ਸ਼ੋਅ ਆ ਰਨ ਨਹੀਂ ਕਰ ਰਿਹਾ, ਇਹ ਹੋਲੀ ਸਪਿਰਿਟ ਆ। ਤੇ ਜਦੋਂ ਉਹ ਕੀਪ ਅਪ, ਜਿੰਨਾ ਜ਼ਿਆਦਾ ਲੋਕ ਉਹਨਾਂ ਨੂੰ ਬੁਲਾ ਰਹੇ ਸੀਗੇ, ਉਹ ਕੀਪ ਅਪ ਨਹੀਂ ਕਰ ਪਾ ਰਹੇ ਸੀਗੇ, ਤਾਂ ਉਹਨਾਂ ਨੂੰ ਇੱਕ ਰਿਵਾਈਵਲ ਟੀਮ ਬਣਾਉਣੀ ਪਈ ਕਿ ਜਿਹੜੇ ਅਲੱਗ ਜਗ੍ਹਾ ਤੇ ਜਾ ਕੇ ਐਵਨ ਰੋਬਰਟਸ ਦੀ ਟੀਮ ਉਹ ਅਲੱਗ ਜਗ੍ਹਾ ਤੇ ਪ੍ਰਚਾਰ ਕਰੇ। ਉਹਦੇ ਵਿੱਚ ਉਹਨਾਂ ਨੇ 5 ਟੀਨੇਜ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਚੁਣਿਆ, ਯੰਗ ਟੀਨੇਜ। ਤੇ ਸੋਚ ਕੇ ਦੇਖੋ, ਉਹ ਜਦੋਂ 5 ਟੀਨਏਜ ਗਰਲਸ ਜਿੱਥੇ ਜਾ ਕੇ ਪ੍ਰਚਾਰ ਕਰਦੀਆਂ ਸੀਗੀਆਂ, ਉੱਥੇ ਰਿਵਾਈਵਲ ਬ੍ਰੇਕ ਆਊਟ ਹੋ ਜਾਂਦਾ ਸੀਗਾ। ਇੱਕ ਬਹੁਤ ਮਸ਼ਹੂਰ ਉਹਨੂੰ ਸਿਗਨੇਚਰ ਸੌਂਗ ਕਹਿੰਦੇ ਆ, ਵੈਲਸ਼ ਰਿਵਾਈਵਲ ਦਾ ਸਿਗਨੇਚਰ ਸੌਂਗ ਇੱਕ ਟੀਨਏਜ ਕੁੜੀ ਗਾਉਂਦੀ ਸੀਗੀ। ਜਿੱਥੇ ਵੀ ਉਹ ਜਾਂਦਾ ਸੀ, ਪ੍ਰੇਅਰ ਮੀਟਿੰਗਸ ਹੁੰਦੀਆਂ ਸੀਗੀਆਂ, ਇੱਕ ਟੀਨਏਜ ਗਰਲ ਗਾਉਂਦੀ ਸੀਗੀ। ਸੌਂਗ ਦਾ ਨਾਮ ਆ ਹੇਅਰ ਇਜ਼ ਦ ਲਵ ਵਾਸਟ ਐਜ਼ ਓਸ਼ਨ। Here is the love vast as ocean। ਇਹ ਸਿਗਨੇਚਰ ਸੌਂਗ ਸੀਗਾ। ਜਿੱਥੇ ਵੀ ਉਹ ਜਾਂਦੇ ਸੀਗੇ ਇਹ ਸੌਂਗ ਜ਼ਰੂਰ ਗਾਉਂਦੇ ਸੀਗੇ। ਤੇ ਜਿਨ੍ਹਾਂ ਨੇ ਅੱਖੀ ਦੇਖਿਆ ਆ, ਉਹ ਦੱਸਦੇ ਆ ਕਿ ਜਦੋਂ ਉਹ ਇੱਕ ਟੀਨਏਜ ਗਰਲ ਸਿਰਫ ਗਾਉਂਦੀ ਸੀਗੀ, ਇੱਕ ਟੀਨਏਜ ਕੁੜੀ ਗਾਉਂਦੀ ਸੀਗੀ, ਤੇ ਜਿਹੜੇ ਵੱਡੇ ਬਿਗ ਮਸਕੂਲਰ ਮੈਨ ਜਿਹੜੇ ਮਾਈਨਸ ਦੇ ਵਿੱਚ ਕੰਮ ਕਰਦੇ ਸੀ, ਵੱਡੀਆਂ ਦਾੜੀਆਂ ਰੱਖੀਆਂ ਹੋਈਆਂ ਸੀਗੀਆਂ, ਤੇ ਰੋਜ਼ ਪੱਬ ਦੇ ਵਿੱਚ ਜਾ ਕੇ ਪਹਿਲਾਂ ਲੜਦੇ ਹੁੰਦੇ ਸੀ। ਐਵਰੀ ਡੇ ਲੜਾਈ ਝਗੜਾ ਕਰਨ ਵਾਲੇ ਬੰਦੇ ਸੀਗੇ। ਕਹਿੰਦੇ ਜਦੋਂ ਉਹ ਟੀਨ ਏਜ ਕੁੜੀ ਜਿਹੜੀ ਆ, ਯੰਗ ਕੁੜੀ, ਉਹ ਗਾਣਾ ਗਾਉਂਦੀ ਸੀਗੀ, ਤੇ ਜਿਹੜੇ ਬਿਗ 6.5 ਫੁੱਟ ਦੇ ਲੋਕ, ਮਸਕੂਲਰ ਬਿਗ ਮੈਨ, ਤੇ ਉਹ ਬੱਚਿਆਂ ਵਾਂਗੂ ਰੋਣ ਲੱਗ ਜਾਂਦੇ ਸੀਗੇ।
ਜਿੱਦਾਂ ਬੱਚੇ ਰੋਂਦੇ ਆ, ਬੱਚਿਆਂ ਦੇ ਵਾਂਗੂ ਉਹਨਾਂ ਦੇ ਰੋਣ ਨਿਕਲਦਾ ਸੀਗਾ। ਫਲੋਰ ਦੇ ਉੱਤੇ ਲੇਟਦੇ ਸੀਗੇ, ਆਪਣੇ ਨੀਜ਼ ਤੇ ਆ ਕੇ ਉਹਨਾਂ ਦੇ ਅੰਦਰ ਜਿਹੜੇ ਉਹਨਾਂ ਨੇ ਪਾਪ ਕੀਤੇ ਆ, ਪਾਪਾਂ ਦੀ ਕਨਵਿਕਸ਼ਨ ਇੰਨੀ ਜ਼ਿਆਦਾ ਕਨਵਿਕਸ਼ਨ ਹੁੰਦੀ ਸੀਗੀ ਕਿ ਉਹ ਆਪਣੇ ਆਂਸੂ ਨਹੀਂ ਰੋਕ ਸਕਦੇ ਸੀਗੇ। ਸਿਰਫ ਇੱਕ ਛੋਟੀ ਜੀ ਯੰਗ ਕੁੜੀ ਦੇ ਸਿਰਫ ਇੱਕ ਸੌਂਗ ਗਾਉਣ ਦੇ ਉੱਤੇ ਇੰਨਾ ਜ਼ਿਆਦਾ ਹੋਲੀ ਸਪਿਰਿਟ ਦਾ ਕੰਮ ਹੁੰਦਾ ਸੀਗਾ ਹਾਈ ਲੈਵਲ ਦੇ ਉੱਪਰ, ਤੇ ਬਹੁਤ ਲਾਈਫ ਚੇਂਜ ਹੁੰਦੀਆਂ ਸੀਗੀਆਂ। ਉੱਥੇ ਹੀ ਉਹ ਆਪਣੇ ਪਾਪ ਨੂੰ ਛੱਡ ਦਿੰਦੇ ਸੀਗੇ ਤੇ ਆਪਣੀ ਜਿਹੜੀ ਲਾਈਫ ਆ ਪਰਮੇਸ਼ਵਰ ਨੂੰ ਡੈਡੀਕੇਟ ਕਰ ਦਿੰਦੇ ਸੀਗੇ। ਉਸ ਟਾਈਮ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਨਿਊਜ਼ ਆਉਂਦੀਆਂ ਸੀਗੀਆਂ ਕਿ ਲੋਕੀ ਬੈਂਕਰਪਟ ਹੋ ਰਹੇ ਸੀਗੇ, ਬਹੁਤ ਸਾਰੇ ਲੋਕ ਬੈਂਕਰਪਟ ਹੋ ਰਹੇ ਸੀਗੇ। ਬੈਂਕਰਪਟ ਕਿਉਂ ਹੋ ਰਹੇ ਸੀਗੇ? ਲੋਕਾਂ ਦੀ ਬਿਜ਼ਨਸ ਖਤਮ ਹੋ ਰਹੇ ਸੀਗੇ। ਬਿਜ਼ਨਸ ਕਿਹੜੇ ਖਤਮ ਹੋ ਰਹੇ ਸੀਗੇ? ਪੱਬ ਬੰਦ ਹੋ ਰਹੇ ਸੀਗੇ। ਪੱਬਾਂ ਦੇ ਵਿੱਚ ਕੋਈ ਨਹੀਂ ਜਾਂਦਾ ਸੀਗਾ। ਸਾਰੇ ਉਹ ਜਿਹੜੇ ਬਿਗ ਮੈਨ ਪਹਿਲਾਂ ਪੱਬ ਦੇ ਵਿੱਚ ਐਵਰੀ ਸਿੰਗਲ ਡੇ ਜਾਂਦੇ ਸੀਗੇ, ਉਹ ਸਾਰੇ ਚਰਚ ਆਉਣ ਲੱਗ ਗਏ ਸੀਗੇ। ਹੌਲੀ 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 ਕਰਕੇ ਪੱਬ ਸਾਰੇ ਜਿੰਨੇ ਵੇਲਸ ਦੇ ਵਿੱਚ ਪੱਬ ਸੀਗੇ ਮੋਸਟਲੀ ਪੱਬ ਬੰਦ ਹੋ ਗਏ ਉਸ ਟਾਈਮ ਦੇ ਵਿੱਚ। ਕ੍ਰਾਈਮ ਜ਼ੀਰੋ ਹੋ ਗਿਆ। ਪਹਿਲੀ ਵਾਰੀ ਦੁਨੀਆ ਦੇ ਵਿੱਚ ਇਹ ਹੋਇਆ ਕਿ ਵੇਲਸ ਦੇ ਵਿੱਚ ਕ੍ਰਾਈਮ ਬਿਲਕੁਲ ਫਿਨਿਸ਼ ਹੋ ਗਿਆ। ਉਸ ਟਾਈਮ ਦੇ ਵਿੱਚ ਇੱਕ ਬੜੀ ਮਸ਼ਹੂਰ ਗੱਲ ਆ ਕਿ ਜਿਹੜੀ ਸਰਕਾਰ ਸੀਗੀ, ਜੱਜ ਕੋਰਟ ਦੇ ਵਿੱਚ ਬਹਿੰਦੇ ਸੀਗੇ, ਬੈਠ ਕੇ ਵਾਪਸ ਆ ਜਾਂਦੇ ਸੀ। ਕੋਈ ਕੇਸ, ਇੱਕ ਸਿੰਗਲ ਕੇਸ ਕੋਰਟ ਦੇ ਵਿੱਚ ਨਹੀਂ ਹੁੰਦਾ ਸੀਗਾ। ਐਂਡ ਤੇ ਸਰਕਾਰ ਨੇ ਵਾਈਟ ਗਲਵਸ ਜਿਹੜਾ ਆ ਉਹ ਜੱਜਿਸ ਨੂੰ ਦੇ ਦਿੱਤਾ। ਜੱਜਿਸ ਨੇ ਵਾਈਟ ਗਲਵਸ ਪਾ ਕੇ ਹੱਥ ਖੜਾ ਕਰ ਦਿੱਤਾ ਕਿ ਵਾਈਟ ਗਲਵਸ ਦਾ ਮਤਲਬ ਆ ਕਿ ਕ੍ਰਾਈਮ ਜ਼ੀਰੋ ਹੋ ਗਿਆ ਵੇਲਸ ਦੇ ਵਿੱਚ। ਕੋਈ ਈਵਨ ਇੱਕ ਚੋਰੀ ਦੀ ਘਟਨਾ ਵੀ ਨਹੀਂ ਹੁੰਦੀ ਸੀਗੀ, ਕੋਈ ਲੜਦਾ ਨਹੀਂ, ਕੋਈ ਲੜਾਈ ਦੀ ਘਟਨਾ ਨਹੀਂ, ਕੋਈ ਮਰਡਰ ਨਹੀਂ, ਕੋਈ ਰੇਪ ਨਹੀਂ, ਕੋਈ ਇੱਕ ਸਿੰਗਲ ਕ੍ਰਾਈਮ ਨਹੀਂ ਹੁੰਦਾ ਸੀਗਾ। ਪਰ ਜਦੋਂ ਇੱਕ ਮੈਂ ਤੁਹਾਨੂੰ ਹੋਰ ਸਟੋਰੀ ਦੱਸਦਾ ਕਿ ਜਦੋਂ ਰਿਵਾਈਵਲ ਸਟਾਰਟ ਹੀ ਹੋਇਆ ਆ, ਜਦੋਂ ਬਿਲਕੁਲ ਹਲੇ ਪੀਕ ਤੇ ਨਹੀਂ ਪਹੁੰਚਿਆ ਸੀਗਾ, ਤੇ ਇੱਕ ਵਾਰੀ ਕੋਈ ਪੁਲਿਸ ਵਾਲਾ ਕੋਰਟ ਦੇ ਬਾਹਰ ਖੜਾ ਸੀਗਾ ਤੇ ਕੋਰਟ ਦੇ ਅੰਦਰੋਂ ਆਵਾਜ਼ਾਂ ਆਉਣੀਆਂ ਸਟਾਰਟ ਹੋਈਆਂ, ਤੇ ਉਹਨੂੰ ਲੱਗਿਆ ਕਿ ਸ਼ਾਇਦ ਕੋਰਟ ਦੇ ਅੰਦਰ ਕੋਈ ਟਰਬਲ ਹੋਈ ਹੈ। ਉਹ ਭੱਜ ਕੇ ਅੰਦਰ ਗਿਆ। ਉਹਨੇ ਜਦੋਂ ਜਾ ਕੇ ਦੇਖਿਆ ਤਾਂ ਕੀ ਚੱਲ ਰਿਹਾ ਸੀਗਾ ਕਿ ਇੱਕ ਕੋਈ ਕ੍ਰਿਮੀਨਲ ਸੀਗਾ ਤੇ ਜੱਜ ਤੇ ਕ੍ਰਿਮੀਨਲ ਗੱਲ ਕਰ ਰਹੇ ਸੀਗੇ, ਤੇ ਜੱਜ ਨੇ ਉਹਨੂੰ ਕਿਹਾ, ਕਹਿੰਦਾ ਤੈਨੂੰ ਪਤਾ ਆ ਕਿ ਕਾਨੂੰਨ ਨੂੰ ਛੱਡੋ, ਕਹਿੰਦੇ ਪਰ ਤੂੰ ਪਰਮੇਸ਼ਵਰ ਦੇ ਅਗੇਂਸਟ ਕ੍ਰਾਈਮ ਕੀਤਾ ਆ। ਤੇ ਕਨਵਿਕਸ਼ਨ ਪਾਵਰ ਇੰਨੀ ਹਾਈ ਸੀਗੀ, ਉਹ ਜਿਹੜਾ ਕ੍ਰਿਮੀਨਲ ਸੀਗਾ ਉਸੇ ਵੇਲੇ ਉਹਦੇ ਅੱਖਾਂ ਦੇ ਵਿੱਚ ਆਂਸੂ ਆ ਗਏ, ਤੇ ਉਹਨੇ ਉਸੇ ਵੇਲੇ ਆਪਣਾ ਕ੍ਰਾਈਮ ਮੰਨ ਲਿਆ। ਤੇ ਉਹਨੇ ਕਿਹਾ ਮੈਂ ਅੱਜ ਤੋਂ ਇਹ ਸਾਰੀ ਕ੍ਰਾਈਮ ਦੀ ਲਾਈਫ ਛੱਡ ਕੇ ਮੈਂ ਆਪਣੀ ਲਾਈਫ ਪਰਮੇਸ਼ਵਰ ਨੂੰ ਦਿੰਦਾ ਆ। ਤੇ ਉਸੇ ਵੇਲੇ ਹੀ ਜਿੰਨੇ ਜੱਜ ਸੀਗੇ ਵਿੱਚੇ ਕ੍ਰਿਮੀਨਲ ਤੇ ਜਿਹੜੇ ਲੋਕ ਸੀਗੇ ਵਰਸ਼ਿਪ ਕਰਨ ਲੱਗ ਗਏ। ਜਿੱਦਾਂ ਇੱਕ ਚਰਚ ਦੇ ਵਿੱਚ ਵਰਸ਼ਿਪ ਹੁੰਦੀ ਆ, ਉੱਦਾਂ ਕੋਰਟ ਦੇ ਵਿੱਚ, ਵੇਲਸ ਦੀ ਮੈਂ ਗੱਲ ਕਰ ਰਿਹਾ ਆ, ਵੇਲਸ ਦੇ ਵਿੱਚ ਕੋਰਟ ਦੇ ਵਿੱਚ ਵਰਸ਼ਿਪ ਚੱਲਣ ਲੱਗ ਗਈ। ਤੇ ਜਿਹੜਾ ਪੁਲਿਸ ਵਾਲਾ ਬਾਹਰ ਖੜਾ ਸੀਗਾ ਉਹ ਭੱਜ ਕੇ ਅੰਦਰ ਗਿਆ। ਜਦੋਂ ਉਹਨੇ ਦੇਖਿਆ ਤੇ ਉਹਨੇ ਵੀ ਜੁਆਇਨ ਕਰ ਲਿਆ, ਤੇ ਸਾਰੇ ਕੋਰਟ ਦੇ ਵਿੱਚ ਵਰਸ਼ਿਪ ਚੱਲਣ ਲੱਗ ਗਈ। ਹਾਲੇਲੂਇਆ। ਸੋਚ ਕੇ ਦੇਖੋ ਕਿੱਦਾਂ ਦਾ ਟਾਈਮ ਹੋਊਗਾ, ਵੇਲਸ ਦੇ ਵਿੱਚ ਕਿੱਦਾਂ ਦਾ ਟਾਈਮ ਹੋਏਗਾ। ਪਰ ਬਾਅਦ ਦੇ ਵਿੱਚ ਜਿਹੜੇ ਜੱਜਿਸ ਸੀਗੇ ਉਹਨਾਂ ਨੂੰ ਵਾਈਟ ਗਲਵਸ ਦੇ ਦਿੱਤਾ ਗਿਆ, ਕ੍ਰਾਈਮ ਬਿਲਕੁਲ ਫਿਨਿਸ਼ ਹੋ ਗਿਆ, ਪੱਬ ਬੰਦ ਹੋ ਗਏ, ਲਾਈਫ ਚੇਂਜ ਹੋ ਗਈ ਲੋਕਾਂ ਦੀ। ਇੱਕ ਹੋਰ ਉੱਥੇ ਬੜੀ ਮਸ਼ਹੂਰ ਗੱਲ ਆ ਕਿ ਲੋਕਾਂ ਦੀ ਲਾਈਫ ਇੰਨੀ ਜ਼ਿਆਦਾ ਚੇਂਜ ਹੋ ਗਈ, ਲੋਕਾਂ ਦੀ ਮੂੰਹ ਦੀ ਵਰਡਿੰਗ ਚੇਂਜ ਹੋ ਗਈ, ਲੋਕਾਂ ਦੀ ਲਾਈਫ ਚੇਂਜ ਹੋ ਗਈ, ਵਰਡਿੰਗ ਚੇਂਜ ਹੋ ਗਈ। ਉਸ ਟਾਈਮ ਦੇ ਉੱਤੇ ਜਿਹੜੇ ਮਾਈਨਸ ਦੇ ਵਿੱਚੋਂ ਕੋਲਾ ਕੱਢਿਆ ਜਾਂਦਾ ਸੀਗਾ, ਉਹ ਕੋਲਾ ਉਸ ਟਾਈਮ ਤੇ ਗੱਡੀਆਂ ਤਾਂ ਹੁੰਦੀਆਂ ਨਹੀਂ ਸੀਗੀਆਂ, ਨਾ ਟਰੱਕ ਹੁੰਦੇ ਸੀਗੇ। ਉਸ ਟਾਈਮ ਤੇ ਖੱਚਰਾਂ ਤੇ ਲੱਦ ਕੇ ਲਿਆਂਦਾ ਜਾਂਦਾ ਸੀ ਕੋਲਾ। ਜਦੋਂ ਮਾਈਨਸ ਦੇ ਵਿੱਚੋਂ ਕੋਲਾ ਕੱਢਿਆ ਜਾਂਦਾ ਸੀਗਾ, ਖੱਚਰਾਂ ਤੇ ਲੱਦ ਕੇ ਲੈ ਕੇ ਆਇਆ ਜਾਂਦਾ ਸੀਗਾ। ਪਰ ਜਿਹੜੇ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਜਿਹੜੇ ਬਿਗ ਮੈਨ ਸੀਗੇ, ਜਿਹੜੇ ਉਹ ਖੱਚਰਾਂ ਦੇ ਮਾਲਕ ਸੀਗੇ, ਉਹ ਪਹਿਲਾਂ ਬਹੁਤ ਰੂਡ ਸੀਗੇ। ਉਹ ਗਾਲਾਂ ਕੱਢ ਕੇ ਖੱਚਰਾਂ ਨੂੰ ਤੋਰਦੇ ਸੀਗੇ। ਆਪਾਂ ਵੀ ਦੇਖਦੇ ਹਾਂ ਨਾ ਇੰਡੀਆ ਦੇ ਵਿੱਚ ਕਈ ਵਾਰੀ ਜਦੋਂ ਪਹਿਲਾਂ ਗੱਡੇ ਹੁੰਦੇ ਸੀਗੇ, ਅੱਗੇ ਝੋਟਾ ਲਾਇਆ ਹੁੰਦਾ ਸੀਗਾ,
ਤੇ ਕਿੱਦਾਂ ਪਹਿਲਾਂ ਉਹਨੂੰ ਮਾਰਦੇ ਸੀਗੇ, ਝੋਟੇ ਨੂੰ ਹੱਕਦੇ ਸੀਗੇ, ਗਾਲਾਂ ਕੱਢਦੇ ਸੀਗੇ, ਤਾਂ ਫਿਰ ਉਹ ਝੋਟਾ ਜਾਂ ਔਕਸ ਜਿਹੜਾ ਆ ਉਹ ਤੁਰਦਾ ਸੀਗਾ। ਪਰ ਉਹ ਸੇਮ ਤਰੀਕਾ ਹੀ ਉੱਥੇ ਸੀਗਾ। ਪਰ ਜਦੋਂ ਇਹ ਲੋਕ ਚੇਂਜ ਹੋ ਗਏ, ਇਹਨਾਂ ਦੀਆਂ ਲਾਈਫ ਚੇਂਜ ਹੋ ਗਈਆਂ, ਤਾਂ ਉਹਨਾਂ ਦੀਆਂ ਮੂੰਹ ਦੀ ਵਰਡਿੰਗ ਵੀ ਚੇਂਜ ਹੋ ਗਈ। ਜਦੋਂ ਉਹਨਾਂ ਦੇ ਮੂੰਹ ਦੀ ਵਰਡਿੰਗ ਚੇਂਜ ਹੋ ਗਈ, ਤਾਂ ਉਹ ਖੱਚਰਾਂ ਨੇ ਉਹਨਾਂ ਦੀ ਆਵਾਜ਼ ਹੀ ਪਛਾਣਨੀ ਛੱਡ ਦਿੱਤੀ। ਪਹਿਲਾਂ ਉਹ ਗਾਲਾਂ ਕੱਢ ਕੱਢ ਕੇ ਖੱਚਰਾਂ ਨੂੰ ਤੋਰਦੇ ਸੀਗੇ, ਪਰ ਬਾਅਦ ਵਿੱਚ ਜਦੋਂ ਪਰਮੇਸ਼ਵਰ ਦਾ ਪਿਆਰ ਉਹਨਾਂ ਦੇ ਅੰਦਰ ਆ ਗਿਆ, ਉਹਨਾਂ ਦੀ ਲਾਈਫ ਚੇਂਜ ਹੋ ਗਈ, ਉਹਨਾਂ ਦੀ ਬੋਲੀ ਵੀ ਚੇਂਜ ਹੋ ਗਈ। ਉਹਨਾਂ ਦੀ ਬੋਲੀ ਚੇਂਜ ਹੋਣ ਦੇ ਨਾਲ ਸਭ ਕੁਝ ਚੇਂਜ ਹੋ ਗਿਆ। ਤੇ ਜਿਹੜੀਆਂ ਖੱਚਰਾਂ ਪਹਿਲਾਂ ਉਹਨਾਂ ਦੀਆਂ ਗੱਲ ਸੁਣਦੀਆਂ ਸੀਗੀਆਂ, ਉਹਨਾਂ ਨੇ ਉਹਨਾਂ ਦੀ ਗੱਲ ਸੁਣਨੀ ਛੱਡ ਦਿੱਤੀ, ਤੇ ਉਹਨਾਂ ਨੂੰ ਜਿੰਨੀਆਂ ਖੱਚਰਾਂ ਸੀਗੀਆਂ, ਜਿਹੜੇ ਘੋੜੇ ਸੀਗੇ, ਉਹਨਾਂ ਨੂੰ ਫਿਰ ਤੋਂ ਦੁਬਾਰਾ ਟ੍ਰੇਨਿੰਗ ਦੇਣੀ ਪਈ। ਕਿਉਂਕਿ ਉਹ ਜਿਹੜੇ ਲੋਕ ਸੀਗੇ, ਉਹਨਾਂ ਦੀ ਲਾਈਫ, ਉਹਨਾਂ ਦੀ ਬੋਲੀ, ਉਹਨਾਂ ਦੀ ਚਾਲ, ਸਾਰਾ ਕੁਝ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਜਿਹੜਾ ਰਿਵਾਈਵਲ ਬ੍ਰੇਕਆਊਟ ਹੋਇਆ ਸੀਗਾ, ਉਹ ਚੇਂਜ ਹੋ ਗਿਆ ਸੀਗਾ। ਹਾਲੇਲੂਇਆ। ਸੋਚ ਕੇ ਦੇਖੋ ਕਿੱਦਾਂ ਦਾ ਟਾਈਮ ਹੋਏਗਾ, ਕਿੰਨਾ ਜ਼ਬਰਦਸਤ ਟਾਈਮ ਹੋਏਗਾ ਉਹ। ਜਿੱਦਾਂ ਮੈਂ ਦੱਸ ਕੇ ਹਟਿਆ ਕਿ ਜਿਹੜਾ ਵੈਲਸ਼ ਰਿਵਾਈਵਲ ਆ 1904 ਤੋਂ ਲੈ ਕੇ 1905 ਤੱਕ ਪੀਕ ਤੇ ਸੀਗਾ ਉਸ ਟਾਈਮ ਦੇ ਵਿੱਚ। ਜਿੱਦਾਂ ਕਿ ਪਰਮੇਸ਼ਵਰ ਨੇ ਜਿਹੜਾ ਐਵਨ ਰੋਬਰਟ ਸੀਗਾ, ਉਹਨੂੰ ਵਿਜ਼ਨ ਦਿੱਤਾ ਸੀਗਾ ਕਿ 1 ਲੱਖ ਰੂਹਾਂ ਮੈਂ ਤੇਰੇ ਥਰੂ ਬਚਾਊਂਗਾ। ਪਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀਆਂ 1 ਲੱਖ ਰੂਹਾਂ ਸੀਗੀਆਂ, ਉਹ ਸਿਰਫ 6 ਮਹੀਨਿਆਂ ਦੇ ਵਿੱਚ ਬਚਾ ਲਈਆਂ ਗਈਆਂ। ਤੇ ਐਕਚੁਅਲ ਜਿਹੜੇ ਰੈਕੋਰਡ ਉਸ ਟਾਈਮ ਦੇ 1904 ਤੋਂ ਲੈ ਕੇ 1905 ਦੇ ਵਿੱਚ ਜਿਹੜੇ ਰੈਕੋਰਡ ਉਸ ਟਾਈਮ ਤੇ ਲਿਖੇ ਗਏ ਆ, ਉਹਦੇ ਅਕੋਰਡਿੰਗ ਜਿਹੜੇ ਲੋਕ ਚਰਚਿਸ ਦੇ ਮੈਂਬਰ ਬਣੇ ਉਸ ਰਿਵਾਈਵਲ ਦੇ ਵਿੱਚ, ਸਿਰਫ ਚਰਚਿਸ ਦੇ ਜਿਹੜੇ ਪਰਮਾਨੈਂਟ ਮੈਂਬਰ ਬਣੇ 1,50,000। ਸਿਰਫ ਵੇਲਸ ਦੀ ਮੈਂ ਗੱਲ ਕਰ ਰਿਹਾ। ਅੱਜ ਦੀ ਜਨਰੇਸ਼ਨ ਦੇ ਹਿਸਾਬ ਨਾਲ ਨਾ ਸੋਚੋ, ਅੱਜ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਨਾ ਸੋਚੋ। 1904 1905 ਦੀ ਗੱਲ ਕਰ ਰਿਹਾ ਮੈਂ। ਉਦੋਂ ਪਾਪੂਲੇਸ਼ਨ ਜੇ ਅੱਜ ਕਿੰਨੀ ਘੱਟ ਆ ਇੰਗਲੈਂਡ ਦੀ ਪਾਪੂਲੇਸ਼ਨ, ਤਾਂ ਉਸ ਟਾਈਮ ਤੇ ਕਿੰਨੀ ਘੱਟ ਹੋਊਗੀ ਇੰਗਲੈਂਡ ਵੇਲਸ ਦੀ ਤਾਂ ਬਹੁਤ ਘੱਟ ਪਾਪੂਲੇਸ਼ਨ ਸੀਗੀ। ਪਰ ਉਸ ਪਾਪੂਲੇਸ਼ਨ ਦੇ ਵਿੱਚੋਂ ਵੀ 1,50,000 ਲੋਕ ਚਰਚਿਸ ਦੇ ਮੈਂਬਰ ਸਿਰਫ 1 ਸਾਲ ਦੇ ਵਿੱਚ ਬਣ ਗਏ। ਤੇ ਜਿਹੜੇ ਜਿਹੜੇ ਕਨਵਰਟ ਹੋਏ, ਜਿਹੜੇ ਪਹਿਲਾਂ ਆਪਣੇ ਆਪ ਨੂੰ ਕ੍ਰਿਸਚਨ ਨਹੀਂ ਕਹਿੰਦੇ ਸੀਗੇ, ਪਰ ਬਾਅਦ ਵਿੱਚ ਉਹਨਾਂ ਨੇ ਆਪਣੀ ਲਾਈਫ ਜਿਹੜੀ ਆ ਪਰਮੇਸ਼ਵਰ ਨੂੰ ਦਿੱਤੀ, 1 ਸਾਲ ਦੇ ਵਿੱਚ ਉਹਨਾਂ ਦੀ ਗਿਣਤੀ 7,50,000। 1 ਸਾਲ ਦੇ ਵਿੱਚ ਸਿਰਫ ਇੱਕ ਇਨਸਾਨ ਜਿਹਦਾ ਨਾਮ ਐਵਨ ਰੋਬਰਟਸ ਆ, ਉਹਦੇ ਥਰੂ 7,50,000 ਬੰਦੇ 1 ਸਾਲ ਦੇ ਵਿੱਚ ਆਪਣੀ ਲਾਈਫ ਪਰਮੇਸ਼ਵਰ ਨੂੰ ਦੇ ਦਿੰਦੇ ਆ। ਹਾਲੇਲੂਇਆ। ਕਿੱਦਾਂ ਦਾ ਟਾਈਮ ਸੀਗਾ ਇਹ, ਕਿ ਅਸੀਂ ਚਾਹੁੰਦੇ ਹਾਂ ਦੁਬਾਰਾ ਉਹ ਜਿਹੜਾ ਟਾਈਮ ਆ ਉਹ ਅਸੀਂ ਦੇਖੀਏ ਆਪਣੀਆਂ ਅੱਖਾਂ ਦੇ ਨਾਲ। ਜੇ ਉਹੀ ਟਾਈਮ ਅਸੀਂ ਦੇਖੀਏ, ਕਿੱਦਾਂ ਦਾ ਲੱਗੂਗਾ ਤੁਹਾਨੂੰ? ਇੰਗਲੈਂਡ ਕਿੱਦਾਂ, ਜੇ ਦੁਬਾਰਾ ਉਹੀ ਟਾਈਮ ਇੰਗਲੈਂਡ ਦੇ ਵਿੱਚ ਆ ਜਾਵੇ, ਇੰਗਲੈਂਡ ਕਿੱਦਾਂ ਦਾ ਲੱਗੂਗਾ? ਜ਼ਬਰਦਸਤ। ਹਾਲੇਲੂਇਆ। ਜਿੱਦਾਂ ਮੈਂ ਦੱਸਿਆ ਕਿ ਜਿਹੜਾ ਵੈਲਸ਼ ਰਿਵਾਈਵਲ ਆ 1904 ਤੋਂ ਲੈ ਕੇ 1905 ਤੱਕ ਇਹ ਪੀਕ ਟਾਈਮ ਤੇ ਸੀਗਾ। ਪਰ ਇਹਦੇ ਥਰੂ ਜਿਹੜੇ 30 ਵੱਡੇ ਰਿਵਾਈਵਲ ਟ੍ਰਿਗਰ ਹੋਏ ਆ, ਉਹਦੇ ਵਿੱਚੋਂ 2 ਰਿਵਾਈਵਲਸ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਆ। ਮੇਨ ਜਿਹੜੇ ਰਿਵਾਈਵਲ ਉਸ ਟਾਈਮ ਤੇ ਇੱਦਾਂ ਸੀਗਾ ਕਿ ਲੋਕ ਜਿਹੜੇ ਯੰਗ ਲੋਕ ਸੀਗੇ, ਸਪੈਸ਼ਲੀ ਯੰਗ ਉਸ ਟਾਈਮ ਦੇ ਵਿੱਚ 1904 ਤੋਂ ਲੈ ਕੇ 1905 ਦੇ ਵਿੱਚ, ਉਹਨਾਂ ਨੇ ਆਪਣੀਆਂ ਫੁੱਲ ਟਾਈਮ ਜੌਬ ਛੱਡ ਕੇ ਫੁੱਲ ਟਾਈਮ ਮਿਨਿਸਟਰੀ ਦੇ ਵਿੱਚ ਆ ਗਏ। ਉਸ ਟਾਈਮ ਦੇ ਵਿੱਚ ਉਹ ਫੁੱਲ ਟਾਈਮ ਮਿਸ਼ਨਰੀਜ਼, ਉਹ ਟਾਈਮ ਸੀਗਾ 1904 ਤੋਂ ਲੈ ਕੇ 1905 ਦਾ, ਜਦੋਂ ਮਿਸ਼ਨਰੀਜ਼ ਪੂਰੀ ਦੁਨੀਆ ਦੇ ਵਿੱਚ ਭੇਜੇ ਗਏ ਆ ਟ੍ਰੇਨਡ ਕਰਕੇ। ਤੇ ਜਿਹੜਾ ਦੋ ਜਗ੍ਹਾ ਮੇਨ ਜਿਹੜੀਆਂ ਦੱਸਦੇ ਆ ਕਿ ਮਿਸ਼ਨਰੀ ਗਏ ਆ, ਪਹਿਲੀ ਮੇਨ ਜਗ੍ਹਾ ਜਿਹੜੀ ਆ ਇੰਡੀਆ ਪਹਿਲੀ ਜਗ੍ਹਾ ਸੀਗੀ। ਉਹ ਦੱਸਦੇ ਆ ਕਿ ਵੈਲਸ਼ ਰਿਵਾਈਵਲ ਤੋਂ ਬਾਅਦ ਵਿੱਚ, ਕਿਉਂਕਿ ਬ੍ਰਿਟਿਸ਼ ਰੂਲ ਸੀਗਾ ਇੰਡੀਆ ਦੇ ਵਿੱਚ, ਪਹਿਲਾ ਬੈਚ ਜਿਹੜਾ ਮਿਸ਼ਨਰੀਜ਼ ਦਾ ਸੀਗਾ ਹਿਲਸ ਆਫ ਇੰਡੀਆ ਦੇ ਵਿੱਚ ਦੱਸਦੇ ਇੰਡੀਆ ਦੇ ਵਿੱਚ ਭੇਜੇ ਗਏ ਆ। ਤੇ ਜਦੋਂ ਉਸ ਟਾਈਮ ਦੇ ਵਿੱਚ ਰਿਵਾਈਵਲ ਇੰਡੀਆ ਦੇ ਵਿੱਚ ਬ੍ਰੇਕ ਆਊਟ ਹੋਇਆ, ਤੇ ਇੰਡੀਆ ਦੇ ਵਿੱਚੋਂ ਜਿਹੜੇ
ਮਿਸ਼ਨਰੀਜ਼ ਆ ਉਹ ਬਾਅਦ ਵਿੱਚ ਕੋਰੀਆ ਦੇ ਵਿੱਚ ਭੇਜੇ ਗਏ। ਤੇ ਜਦੋਂ ਇੰਡੀਆ ਤੋਂ ਕੋਰੀਆ ਦੇ ਵਿੱਚ ਮਿਸ਼ਨਰੀ ਭੇਜੇ ਗਏ ਤੇ ਕੋਰੀਆ ਦੇ ਵਿੱਚ ਵੀ ਰਿਵਾਈਵਲ ਬ੍ਰੇਕ ਆਊਟ ਹੋਇਆ। 30 ਰਿਵਾਈਵਲ, ਚਾਈਨੀਜ਼ ਰਿਵਾਈਵਲ, ਪੈਂਟਾਗੋਨੀਆ ਰਿਵਾਈਵਲ, ਤੇ ਉਸ ਤੋਂ ਬਾਅਦ ਵਿੱਚ ਅਜ਼ੂਜ਼ਾ ਸਟਰੀਟ ਰਿਵਾਈਵਲ। ਅਜ਼ੂਜ਼ਾ ਸਟਰੀਟ ਰਿਵਾਈਵਲ ਮੈਂ ਦੱਸਿਆ ਤੁਹਾਨੂੰ ਉਹਦੇ ਬਾਰੇ। ਅਜ਼ੂਜ਼ਾ ਸਟਰੀਟ ਰਿਵਾਈਵਲ ਜਦੋਂ ਚੱਲ ਰਿਹਾ ਸੀਗਾ ਉਸ ਟਾਈਮ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਲੋਕਾਂ ਨੇ ਦੱਸਿਆ, ਉਹ ਬਾਅਦ ਵਿੱਚ ਕਦੀ ਗੱਲ ਕਰਾਂਗੇ, ਪਰ ਮੇਨ ਮੈਂ ਤੁਹਾਨੂੰ ਗੱਲ ਦੱਸਦਾ। ਅਜ਼ੂਜ਼ਾ ਸਟਰੀਟ ਰਿਵਾਈਵਲ ਜਦੋਂ ਸੀਗਾ, ਲੋਕ ਕਈ ਵਾਰੀ ਉੱਥੋਂ ਲੰਘਦੇ ਸੀਗੇ, ਜਿਹੜੀ ਉਹਨਾਂ ਦੀ ਚਰਚ ਸੀਗੀ, ਤਾਂ ਉਹ ਕਈ ਵਾਰੀ ਬੱਚਿਆਂ ਨੂੰ ਦੇਖਦੇ ਸੀਗੇ ਕਿ ਇੱਕ ਕਲਾਊਡ ਹੁੰਦਾ ਸੀ ਆਲਵੇਜ਼, ਦਿਨ ਦੇ ਵੇਲੇ ਕਲਾਊਡ ਚਰਚ ਦੇ ਉੱਪਰ ਹੁੰਦਾ ਸੀਗਾ, ਤੇ ਜਿਹੜੇ ਚਰਚ ਦੇ ਬੱਚੇ ਆ ਉਹ ਕਲਾਊਡ ਦੇ ਵਿੱਚ ਖੇਡਦੇ ਹੁੰਦੇ ਸੀਗੇ। ਤੇ ਕਈ ਵਾਰੀ ਲੋਕ ਜਦੋਂ ਰਾਤ ਨੂੰ ਉੱਥੋਂ ਲੰਘਦੇ ਸੀਗੇ ਤਾਂ ਉਹਨਾਂ ਨੂੰ ਅੱਗ ਦਾ ਖੰਭਾ ਦਿਖਦਾ ਸੀਗਾ। ਅਜ਼ੂਜ਼ਾ ਸਟਰੀਟ ਰਿਵਾਈਵਲ ਤੁਸੀਂ ਆਨਲਾਈਨ ਜਾ ਕੇ ਦੇਖ ਸਕਦੇ, ਬਹੁਤ ਮਸ਼ਹੂਰ ਰਿਵਾਈਵਲ ਸੀਗਾ ਉਹ ਵੀ ਵੈਲਸ਼ ਰਿਵਾਈਵਲ ਦੇ ਨਾਲ ਕਨੈਕਟਡ ਆ। ਵੇਲਸ ਐਕਚੁਅਲੀ, ਵੇਲਸ ਨੂੰ ਲੈਂਡ ਆਫ ਰਿਵਾਈਵਲਸ ਕਿਹਾ ਜਾਂਦਾ ਆ। ਬਹੁਤ ਸਾਰੇ ਰਿਵਾਈਵਲਸ, ਈਵਨ ਜੌਨ ਵੈਸਲੀ ਦੇ ਬਾਰੇ ਕਿਸੇ ਨੂੰ ਪਤਾ ਹੋਵੇ? ਜੌਨ ਵੈਸਲੀ ਵੀ ਜਿਹੜਾ ਆ ਉਹ ਕਾਫੀ ਵਾਰੀ ਵੇਲਸ ਜਾਂਦਾ ਰਿਹਾ, ਤੇ ਉਹ ਵੀ ਆਪਣੀ ਸਟੇਟਮੈਂਟ ਦੇ ਵਿੱਚ ਕਈ ਵਾਰੀ ਦੱਸਦਾ ਆ ਕਿ ਆਈ ਵਾਸ ਟੱਚਡ ਬਾਈ ਦ ਵੈਲਸ਼ ਰਿਵਾਈਵਲ, ਜਿਹੜਾ 1904 ਤੋਂ ਲੈ ਕੇ 1905 ਤੱਕ ਐਵਨ ਰੋਬਰਟਸ ਦੇ ਥਰੂ ਸਟਾਰਟ ਹੋਇਆ। ਉਹ ਮੰਨਦਾ ਆ ਕਿ ਮੈਂ ਉਹਦੇ ਦੁਆਰਾ ਟੱਚ ਕੀਤਾ ਗਿਆ। ਹਾਲੇਲੂਇਆ। ਇਹ ਮੇਰੇ ਲਈ ਬਹੁਤ ਸਪੈਸ਼ਲ ਮੰਨਦਾ ਆ। ਮੈਂ ਜਦੋਂ ਵੈਲਸ਼ ਰਿਵਾਈਵਲ ਬਾਰੇ ਮੈਂ ਸਟੱਡੀ ਕੀਤੀ ਤੇ ਮੈਨੂੰ ਬਹੁਤ ਇਹ ਇੱਦਾਂ ਲੱਗਾ ਕਿ ਜਿੱਦਾਂ ਮੇਰੇ ਦਿਲ ਦੇ ਇਹ ਕਰੀਬ ਆ। ਕਿਉਂਕਿ ਜਦੋਂ 1904 ਤੋਂ 1905 ਦੇ ਵਿੱਚ ਇਹ ਭੇਜੇ ਗਏ ਮਿਸ਼ਨਰੀਜ਼, ਇੰਡੀਆ ਦੇ ਵਿੱਚ ਭੇਜੇ ਗਏ, ਲਗਭਗ ਉਸੇ ਹੀ ਟਾਈਮ ਤੇ ਮੇਰੇ ਜਿਹੜੇ ਗ੍ਰੇਟ ਗ੍ਰੈਂਡ ਡੈਡ ਜਾਂ ਉਹਨਾਂ ਦੀ ਫੈਮਿਲੀ ਆ ਉਹ ਪਰਮੇਸ਼ਵਰ ਦੇ ਵਿੱਚ ਆਏ ਸੀਗੇ ਉਸ ਟਾਈਮ ਦੇ ਵਿੱਚ। ਹਾਲੇਲੂਇਆ। ਤਾਂ ਮੈਨੂੰ ਲੱਗਦਾ ਸ਼ਾਇਦ ਤੁਹਾਡੀ ਫੈਮਲੀਜ਼ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ, ਅਗਰ ਤੁਸੀਂ 4th ਜਾਂ 5th ਜਨਰੇਸ਼ਨ ਕ੍ਰਿਸਚਨ ਹੋ, ਤੇ ਸ਼ਾਇਦ ਤੁਹਾਡੇ ਜਿਹੜੇ ਫੈਮਿਲੀ ਮੈਂਬਰਸ ਆ ਉਹ ਵੀ ਮਿਸ਼ਨਰੀ ਜਿਨ੍ਹਾਂ ਦੇ ਥਰੂ ਉਹ ਪਰਮੇਸ਼ਵਰ ਦੇ ਵਿੱਚ ਆਏ ਆ, ਸ਼ਾਇਦ ਉਹ, ਮੈਂ ਬਿਲੀਵ ਕਰਦਾ ਕਿ ਵੈਲਸ਼ ਰਿਵਾਈਵਲ ਤੋਂ ਟੱਚ ਹੋ ਕੇ ਇੰਡੀਆ ਦੇ ਵਿੱਚ ਮਿਸ਼ਨਰੀ ਵਰਕ ਕਰਨ ਗਏ ਤੇ ਉਹਨਾਂ ਨੇ ਉੱਥੇ ਲਾਈਫਸ ਚੇਂਜ ਕੀਤੀਆਂ, ਤੇ ਜਿਹਦੇ ਥਰੂ ਅੱਜ ਸਾਡੀਆਂ ਲਾਈਫਸ ਵੀ ਚੇਂਜ ਹੋ ਗਈਆਂ। ਹਾਲੇਲੂਇਆ। ਮੈਂ ਇੱਕ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਆ ਕਿ ਇੱਕ ਸਿਰਫ 12 ਸਾਲ ਦਾ ਬੱਚਾ, 12 ਸਾਲ ਦਾ ਟੀਨੇਜਰ, ਜਿਹਦੇ ਦਿਲ ਦੇ ਵਿੱਚ ਪਰਮੇਸ਼ਵਰ ਦੇ ਰਾਜ ਦੇ ਬਾਰੇ ਇੰਨਾ ਦਰਦ ਸੀਗਾ, ਕ੍ਰਿਸਚੈਨਿਟੀ ਦੇ ਬਾਰੇ, ਜਿਹੜਾ ਆਪਣੀ ਸਟੇਟਮੈਂਟ, ਜਿਹੜੀ ਉਹਦੀ ਮੋਸਟ ਫੇਮਸ ਸਟੇਟਮੈਂਟ ਆ, ਉਹਦੇ ਵਿੱਚ ਕਹਿੰਦਾ ਆ ਕਿ ਮੇਰਾ ਦਿਲ ਤੇ ਮੇਰੀ ਸੋਲ ਟਰਬਲਡ ਆ। ਕਿਉਂਕਿ ਕ੍ਰਿਸਚੈਨਿਟੀ ਇੰਗਲੈਂਡ ਦੇ ਵਿੱਚੋਂ, UK ਦੇ ਵਿੱਚੋਂ, ਵੇਲਸ ਦੇ ਵਿੱਚੋਂ ਫੇਲ ਹੋ ਗਈ ਆ। ਉਹਨੇ ਆਪਣੇ ਦਿਲ ਨੂੰ ਇੰਨਾ ਟਰਬਲਡ ਕਰ ਲਿਆ ਕਿ ਉਹਨੇ ਸਾਰੇ ਕੰਮ ਛੱਡ ਕੇ 13 ਸਾਲ ਰਿਵਾਈਵਲ ਲਈ ਪ੍ਰੇਅਰ ਕੀਤੀ। 13 ਸਾਲ ਆਪਣੀ ਜ਼ਿੰਦਗੀ ਦੇ ਸਿਰਫ ਇਸ ਗੱਲ ਹੀ ਦੇ ਦਿੱਤੇ ਕਿ ਮੈਂ ਕ੍ਰਿਸਚੈਨਿਟੀ ਨੂੰ ਇਸ ਨੇਸ਼ਨ ਦੇ ਵਿੱਚੋਂ ਫੇਲ ਨਹੀਂ ਹੋਣ ਦੇਣਾ। ਕਿ ਸਾਡੇ ਦਿਲ ਇੰਨੇ ਟਰਬਲਡ ਹੈ ਅੱਜ ਦੀ ਡੇਟ ਦੇ ਵਿੱਚ ਕਿ ਸਾਡਾ ਦਿਲ, ਸਾਡੀ ਸੋਲ, ਸਾਡੀ ਸਪਿਰਿਟ ਤੱਕ ਜਿਹੜਾ ਉਹ ਟਰਬਲ, ਉਹ ਜਿਹੜਾ ਦਰਦ ਪਹੁੰਚਿਆ ਆ ਕਿ ਜਿਹੜੀ ਕ੍ਰਿਸਚੈਨਿਟੀ ਹੈ ਇਸ ਟਾਈਮ ਫੇਲ ਹੋ ਰਹੀ ਹੈ। ਇੰਗਲੈਂਡ, ਸਕਾਟਲੈਂਡ, ਵੇਲਸ ਦੇ ਵਿੱਚ ਜਿਹੜੇ ਤੁਸੀਂ ਚਰਚਿਸ ਜਦੋਂ ਅਸੀਂ ਦੇਖਦੇ ਹਾਂ, ਯੰਗ ਲੋਕਾਂ ਦੀ ਜਿਹੜੀ ਅਟੈਂਡੈਂਸ ਹੈ ਕਿੰਨੀ ਘੱਟ ਆ। ਚਰਚਿਸ ਸੇਲ 'ਤੇ ਲੱਗੇ ਆ, ਜਿਹੜੇ ਚਰਚਿਸ ਚੱਲਦੇ ਆ ਕਦੀ ਫੁੱਲ ਨਹੀਂ ਹੁੰਦੇ, ਕਦੀ ਖਾਲੀ ਆ। ਖਾਲੀ ਲਗਭਗ ਅਟੈਂਡੈਂਸ ਐਵਰੀ ਸਿੰਗਲ ਡੇ ਉਹਨਾਂ ਦੀ ਘਟੀ ਜਾ ਰਹੀ ਹੈ। ਪਰ ਅਸੀਂ ਐਵਨ ਰੋਬਰਟਸ, ਜਿਹੜਾ ਕਿ ਮੈਂ ਦੱਸਿਆ ਕਿ ਨਾ ਤਾਂ ਉਹ ਪਰਮੇਸ਼ਵਰ ਦਾ ਚੇਲਾ ਸੀਗਾ, ਨਾ ਪਰਮੇਸ਼ਵਰ ਦੇ ਨਾਲ ਚੱਲਿਆ ਸੀਗਾ, ਨਾ ਫਸਟ ਜਨਰੇਸ਼ਨ ਕ੍ਰਿਸਚਨ ਸੀਗਾ। 1904 ਦੇ ਵਿੱਚ ਉਹਦੀ ਜਿਹੜੀ ਮਿਨਿਸਟਰੀ ਸਟਾਰਟ ਹੁੰਦੀ ਹੈ, ਪਰ 1 ਸਾਲ ਦੇ ਵਿੱਚ ਉਹਨੇ ਦੁਨੀਆ ਨੂੰ ਕਿੱਦਾਂ ਚੇਂਜ ਕਰ ਦਿੱਤਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇ ਐਵਨ ਰੋਬਰਟਸ ਵੇਲਸ ਨੂੰ ਚੇਂਜ ਕਰ ਸਕਦਾ, ਅਸੀਂ ਕਿਉਂ ਨਹੀਂ ਚੇਂਜ ਕਰ ਸਕਦੇ? ਅਸੀਂ ਇਸ ਟਾਈਮ 'ਤੇ ਜਿਹੜੀ ਕ੍ਰਿਸਚੈਨਿਟੀ ਇੰਗਲੈਂਡ, ਸਕਾਟਲੈਂਡ, ਵੇਲਸ ਦੇ ਵਿੱਚ ਫੇਲ ਹੋ ਰਹੀ ਹੈ, ਕੀ ਅਸੀਂ ਉਹਨੂੰ ਨਹੀਂ ਰੋਕ ਸਕਦੇ? ਕਿ ਅਸੀਂ ਉਹ ਟਾਈਮ ਨਹੀਂ ਲਿਆ ਸਕਦੇ ਕਿ ਜਿਹਦੇ ਵਿੱਚ 6 ਮਹੀਨੇ ਦੇ ਵਿੱਚ
1 ਲੱਖ ਬੰਦਾ ਆਪਣੀ ਲਾਈਫ ਪਰਮੇਸ਼ਵਰ ਨੂੰ ਦੇਵੇ। ਕੀ ਅਸੀਂ ਕਰ ਸਕਦੇ ਜਾਂ ਨਹੀਂ ਕਰ ਸਕਦੇ? ਮੈਂ ਬਲੀਵ ਕਰਦਾ ਆਪਾਂ ਕਰ ਸਕਦੇ ਹਾਂ। ਅਗਰ ਤੁਸੀਂ ਵਿਜ਼ਨ ਆ, ਅਗਰ ਤੁਹਾਡੀ ਚਰਚ ਦਾ ਵਿਜ਼ਨ ਆ, ਅਗਰ ਤੁਸੀਂ ਪ੍ਰੇਅਰਫੁਲ ਆ, ਅਗਰ ਤੁਹਾਡੇ ਅੰਦਰ ਦਰਦ ਆ, ਕ੍ਰਿਸਚੈਨਿਟੀ ਦਾ ਦਰਦ ਆ, ਪਰਮੇਸ਼ਵਰ ਦਾ ਦਰਦ ਆ ਕਿ ਮੈਂ ਇਹ ਜਿਹੜੀ ਜਨਰੇਸ਼ਨ ਆ ਇਹਨੂੰ ਹੈਲ ਦੇ ਵਿੱਚ ਨਹੀਂ ਜਾਣ ਦੇਣਾ, ਇਹਨੂੰ ਹੈਲ ਦੇ ਵਿੱਚ ਜਾਣ ਤੋਂ ਰੋਕਣਾ। ਇੱਕ ਪਰਮੇਸ਼ਵਰ ਨੇ ਕਿਹਾ ਕਿ ਅਗਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਉਹਦਾ ਪ੍ਰਮਾਣ ਦਿਓ। ਉਹਦਾ ਪ੍ਰਮਾਣ ਤੁਸੀਂ ਕਿੱਦਾਂ ਦੇ ਸਕਦੇ ਆ? ਪਰਮੇਸ਼ਵਰ ਦੇ ਲੋਕਾਂ ਨੂੰ, ਜੇ ਪਰਮੇਸ਼ਵਰ ਹਰ ਇਨਸਾਨ ਨੂੰ ਪਿਆਰ ਕਰਦੇ ਆ, ਇੱਕ ਜਿਹੜਾ ਜਾਣਿਆ, ਚਾਹੇ ਉਹ ਅੱਜ ਦੀ ਡੇਟ ਦੇ ਵਿੱਚ ਪਾਪ ਦੇ ਵਿੱਚ ਆ, ਪਰ ਪਰਮੇਸ਼ਵਰ ਉਹਨੂੰ ਪਿਆਰ ਕਰਦੇ ਆ। ਉਹਨਾਂ ਨੂੰ ਬਚਾ ਕੇ, ਉਹਨਾਂ ਨੂੰ ਪਰਮੇਸ਼ਵਰ ਦੇ ਵਿੱਚ ਲਿਆ ਕੇ, ਉਹਨਾਂ ਨੂੰ ਪਰਮੇਸ਼ਵਰ ਬਾਰੇ ਦੱਸ ਕੇ ਅਸੀਂ ਆਪਣੇ ਪਿਆਰ ਦਾ ਪ੍ਰਮਾਣ ਪਰਮੇਸ਼ਵਰ ਨੂੰ ਦੇ ਸਕਦੇ ਹਾਂ। ਹਾਲੇਲੂਇਆ। ਮੈਂ ਬਲੀਵ ਕਰਦਾ, ਸੀਰੀਅਸਲੀ ਮੈਂ ਬਲੀਵ ਕਰਦਾ, ਤੇ ਮੈਂ ਬਲੀਵ ਕਰਦਾ ਆ ਕਿ ਪਰਮੇਸ਼ਵਰ ਨੇ ਇਸ ਚਰਚ ਨੂੰ ਤੁਹਾਨੂੰ ਚੁਣਿਆ ਆ। ਉਹ ਸੇਮ ਰਿਵਾਈਵਲ, ਬਲਕਿ ਉਹ ਤੋਂ ਵੀ ਜ਼ਿਆਦਾ ਮੇਰੀ ਪ੍ਰੇਅਰ ਆ ਹਮੇਸ਼ਾ, ਮੈਂ ਐਵਰੀ ਸਿੰਗਲ ਡੇ ਪਰਮੇਸ਼ਵਰ ਦੇ ਅੱਗੇ ਪ੍ਰੇਅਰ ਕਰਦਾ ਕਿ ਪਰਮੇਸ਼ਵਰ ਮੈਂ ਐਸਾ ਰਿਵਾਈਵਲ ਯੂਕੇ ਦੇ ਵਿੱਚ ਦੇਖਣਾ ਚਾਹੁੰਦਾ ਆ ਕਿ ਜਿਹੜਾ ਅੱਜ ਤੱਕ ਧਰਤੀ 'ਤੇ ਨਹੀਂ ਦੇਖਿਆ ਗਿਆ। ਅਤੇ ਅੱਜ ਮੈਂ ਜਦੋਂ ਪ੍ਰੇਅਰ ਕਰ ਰਿਹਾ ਸੀਗਾ, ਪਰਮੇਸ਼ਵਰ ਨੇ ਮੈਨੂੰ ਕਿਹਾ, ਕਹਿੰਦੇ ਕਿ ਮੈਂ ਇਸ ਚਰਚ ਨੂੰ ਚੁਣ ਲਿਆ। ਜਦੋਂ ਮੈਂ ਅੱਜ ਪਿਕਚਰਸ ਦੇਖ ਰਿਹਾ ਸੀਗਾ ਕਿ ਜਿਸ ਦਿਨ ਅਸੀਂ ਇਹ ਚਰਚ ਸਟਾਰਟ ਕੀਤੀ ਸੀਗੀ, ਅਸੀਂ 6 ਜਣੇ ਸੀਗੇ, ਸਿਰਫ 6 ਜਣੇ ਸੀਗੇ ਇਸ ਜਗ੍ਹਾ 'ਤੇ ਜਿਸ ਦਿਨ ਇਹ ਚਰਚ ਸਟਾਰਟ ਕੀਤੀ ਸੀ। ਪਰ ਪਰਮੇਸ਼ਵਰ ਨੇ ਮੈਨੂੰ ਕਿਹਾ, ਕਹਿੰਦੇ ਮੈਂ ਤੁਹਾਨੂੰ ਚੁਣ ਲਿਆ ਆ। ਕਿਉਂਕਿ ਤੁਸੀਂ ਬਹੁਤ ਥੋੜ੍ਹੇ ਸੀਗੇ। ਜਿੱਦਾਂ ਇਜ਼ਰਾਈਲੀ ਕੌਮ ਨੂੰ ਪਰਮੇਸ਼ਵਰ ਨੇ ਕਿਹਾ ਮੈਂ ਚੁਣਿਆ, ਕਿਉਂਕਿ ਇਜ਼ਰਾਈਲੀ ਬਹੁਤ ਥੋੜ੍ਹੇ ਸੀਗੇ, ਤਾਂ ਮੈਂ ਉਹਨਾਂ ਨੂੰ ਚੁਣ ਲਿਆ ਤੇ ਇੱਕ ਮਾਈਟੀ ਕੌਮ ਬਣਾਤਾ। ਪਰਮੇਸ਼ਵਰ ਨੇ ਅੱਜ ਮੈਨੂੰ ਕਿਹਾ, ਕਹਿੰਦੇ ਮੈਂ ਤੁਹਾਡੀ ਚਰਚ ਨੂੰ ਚੁਣ ਲਿਆ ਆ, ਇੱਕ ਮਾਈਟੀ, ਇੱਕ ਮੇਗਾ ਚਰਚ ਬਣਾਉਣ ਲਈ, ਇਸ ਨੇਸ਼ਨ ਦੇ ਵਿੱਚ ਰਿਵਾਈਵਲ ਲਿਆਉਣ ਲਈ ਮੈਂ ਤੁਹਾਨੂੰ ਚੁਣ ਲਿਆ। ਤਾਂ ਮੈਂ ਇਜ਼ਰਾਈਲ ਦੇ ਵਾਂਗੂ ਇੱਕ ਤੁਹਾਨੂੰ ਮਾਈਟੀ ਨੇਸ਼ਨ ਬਣਾਊਂਗਾ। ਇਹ ਪਰਮੇਸ਼ਵਰ ਦੇ ਵਚਨ ਆ। ਹਾਲੇਲੂਇਆ। ਤੇ ਮੈਂ ਬਲੀਵ ਕਰਦਾ ਤੁਸੀਂ ਉਹ ਅਨੋਇੰਟਿੰਗ ਅੱਜ ਲੈ ਕੇ ਜਾਓਗੇ। ਇਸ ਚਰਚ ਤੋਂ ਤੁਸੀਂ ਰੂਹਾਂ ਬਚਾਉਣ ਦੀ ਅਨੋਇੰਟਿੰਗ ਲੈ ਕੇ ਜਾਓਗੇ। ਤੇ ਮੈਂ ਡਿਕਲੇਅਰ ਕਰਦਾ ਕਿ ਇਸ ਚਰਚ ਦੇ ਵਿੱਚੋਂ ਤੁਸੀਂ ਅਨੋਇੰਟਿੰਗ ਜਿਹੜੀ ਐਵਨ ਰੋਬਰਟਸ ਦੇ ਉੱਪਰ ਸੀਗੀ, ਜਿਹੜੀ ਏਲੀਆ ਦੇ ਉੱਪਰ ਸੀਗੀ, ਜਿਹੜੀ ਅਲੀਸ਼ਾ ਦੇ ਉੱਪਰ ਸੀਗੀ, ਉਹ ਅਨੋਇੰਟਿੰਗ ਅਗਰ ਤੁਸੀਂ ਬਲੀਵ ਕਰਦੇ ਹੋ, ਅਗਰ ਤੁਸੀਂ ਦਰਦ ਰੱਖਦੇ ਹੋ, ਅੱਜ ਤੁਸੀਂ ਲੈ ਕੇ ਜਾਓਗੇ। ਪਰਮੇਸ਼ਵਰ ਨੇ ਮੈਨੂੰ ਕਿਹਾ ਆ ਕਿ ਅੱਜ ਪਰਮੇਸ਼ਵਰ ਉਹ ਅਨੋਇੰਟਿੰਗ ਇਸ ਚਰਚ ਦੇ ਉੱਪਰ ਡੇਲਣਗੇ। ਪਰ ਅਗਰ ਤੁਹਾਡਾ ਦਿਲ ਰਾਈਟ ਆ, ਤੁਸੀਂ ਅੱਜ ਉਹ ਅਨੋਇੰਟਿੰਗ ਲੈ ਕੇ ਜਾਓਗੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਉਹ ਜਿਹੜੀ ਅਨੋਇੰਟਿੰਗ ਅੱਜ ਤੁਸੀਂ ਇੱਥੋਂ ਕੈਰੀ ਕਰਕੇ ਲੈ ਕੇ ਜਾਓਗੇ, ਕਿਸ ਤਰ੍ਹਾਂ ਦੇ ਨਾਲ ਉਹ ਨੇਸ਼ਨ ਨੂੰ ਚੇਂਜ ਕਰੇਗੀ। ਮੈਂ ਬਲੀਵ ਕਰਦਾ ਹਾਂ ਕਿ ਇਸ ਚਰਚ ਦੇ ਥਰੂ ਇਹ ਨੇਸ਼ਨ ਇੱਕ ਵਾਰੀ ਸ਼ੇਕ ਕਰ ਦਿੱਤੀ ਜਾਊਗੀ। ਇਨ ਦ ਨੇਮ ਆਫ ਜੀਸਸ ਮੈਂ ਡਿਕਲੇਅਰ ਕਰਦਾ। ਪਰਮੇਸ਼ਵਰ ਨੇ ਕਿਹਾ ਯੂਕੇ ਜਿਹੜਾ ਆ ਉਹ ਆਪਣੀਆਂ ਨੀਹਾਂ ਦੇ ਉੱਤੋਂ ਹਿਲਾ ਦਿੱਤਾ ਜਾਊਗਾ ਇਸ ਚਰਚ ਦੇ ਦੁਆਰਾ। ਤੁਸੀਂ ਬਲੀਵ ਕਰਦੇ ਹੋ? ਹਾਲੇਲੂਇਆ। ਖੜੇ ਹੋ ਕੇ ਪ੍ਰੇਅਰ ਕਰਾਂਗੇ ਰਿਵਾਈਵਲ ਦੇ ਲਈ ਆਪਣੀ ਨੇਸ਼ਨ ਦੇ ਵਿੱਚ। ਅੱਜ ਆਪਾਂ